मैं नाही किछ हो नहीं किछ आहे न मोरा। अवसर लज्जा राख ले हो सदना जन तोरा। ज्ञान ध्यान किछ कर्म न जाना नाहिन निर्मल करनी। साध संगत कै अंचल लावो विखम नदी जाए तरनी। सतनाम। श्री वाहिगुरु साहिब जी। नह बिलंब धर्मं बिलंब पापं दृढ़ंत नामं तजंत लोभं। तं किल बिखनासं प्राप्तं धर्म लक्ष्यण। नानक जैसो प्रसन्न माधव है शरण संतं किल विखनासं प्राप्तं धर्म लक्ष्यण। ना हाजरी भरन दा सुभाग समा प्राप्त हो रहा है। सतगुਰਾਂ ने अपरंपार किरपा कीती है। ਅਸੀਂ ਤੁਸੀਂ ਸਾਰੇ ਜਾਣੇ ਰਲ ਮਿਲ ਕਰਕੇ ਸਤਿਗੁਰਾਂ ਦੀ ਅਗਾਧ ਬੋਧ ਬਾਣੀ, ਅਲਾਹੀ ਬਾਣੀ, ਧੁਰ ਕੀ ਬਾਣੀ, ਸ਼੍ਰੀ ਗੁਰੂ ਗ੍ਰੰਥ ਦਾ ਨਾਸ਼ ਹੁੰਦਾ ਹੈ। ਉਮਰ ਲਮੇਰੀ ਹੁੰਦੀ ਹੈ ਕਿਉਂਕਿ ਬਹੁਤਾ ਸੌਣ ਦੇ ਨਾਲ ਸਾਡੀ ਉਮਰ ਵੀ ਤਾਂ ਘਟਦੀ ਹੈ ਭਾਈ। ਬੜੇ ਫਾਇਦੇ ਹਨ ਅੰਮ੍ਰਿਤ ਵੇਲਾ ਸੰਭਾਲਣ ਦੇ, ਪਰ ਅੱਜ ਦਾ ਜ਼ਮਾਨਾ ਐਸਾ ਹੈ ਕਿ ਨੀਂਦ ਅੰਤਾਂ ਦੀ ਪਿਆਰੀ ਲੱਗਦੀ ਹੈ। ਜੀ ਕਰਦਾ ਹੈ ਹੋਰ ਸੌਂ ਜਾਈਏ, ਹੋਰ ਆਰਾਮ ਕਰੀਏ। ਸੰਸਕ੍ਰਿਤੀ ਬਾਣੀ ਦਾ 10ਵਾਂ ਸ਼ਲੋਕ ਵਿਚਾਰ ਰਹੇਗਾ। ਬਾਣੀ ਤਾਂ ਹੈ ਅਗਾਧ ਬੋਧ, ਪਰ ਜਦੋਂ ਅਸੀਂ ਬਾਣੀ ਨੂੰ ਪੜ੍ਹਨਾ ਹੀ ਨਹੀਂ, ਫਿਰ ਤਾਂ ਪਹਿਲੀ ਪੌੜੀ ਵੀ ਅਗਾਧ ਬੋਧ ਹੀ ਹੈ। ਫਿਰ ਤਾਂ ਸਤਨਾਮ ਸ਼੍ਰੀ ਵਾਹਿਗੁਰੂ ਵੀ ਅਗਾਧ ਬੋਧ ਹੀ ਹੈ। ਪਰ ਜਦੋਂ ਅਸੀਂ ਪੜ੍ਹਨ ਲੱਗ ਜਾਵਾਂਗੇ, ਰੋਜ਼ ਦੀ ਰਿਵੀਜ਼ਨ ਹੋ ਜਾਵੇਗੀ, ਮੈਮੋਰਾਈਜ਼ ਕਰਨਾ ਸ਼ੁਰੂ ਕਰ ਦੇਵਾਂਗੇ, ਤਾਂ ਸਾਧ ਸੰਗਤ ਜੀ ਉਸ ਵੇਲੇ ਸਾਡਾ ਮਨ ਡਰੇਗਾ ਨਹੀਂ, ਸਗੋਂ ਸਾਡਾ ਮਨ ਭਜਨ ਬੰਦਗੀ ਸਿਮਰਨ ਦੇ ਵਿੱਚ ਪ੍ਰਵਿਰਤ ਹੋਣਾ ਸ਼ੁਰੂ ਹੋ ਜਾਵੇਗਾ। ਇਸ ਕਰਕੇ ਜੋ ਅਸੀਂ ਬਾਣੀ ਪੜ੍ਹ ਸੁਣ ਰਹੇ ਹਾਂ, ਇਹ ਬਾਣੀ ਜਦੋਂ ਤੁਸੀਂ ਧਿਆਨ ਇਕਾਗਰ ਕਰਕੇ ਸੁਣੋਗੇ ਤਾਂ ਇਸ ਬਾਣੀ ਦੇ ਵਿੱਚੋਂ ਹੀ ਆਪ ਜੀਆਂ ਨੂੰ ਪੂਰਨ ਸ਼ਾਂਤੀ ਪ੍ਰਾਪਤ ਹੋਏਗੀ। ਆਪਾਂ ਰਾਤਰੀ ਦੇ ਦੀਵਾਨ ਵਿੱਚ 2 ਪੰਕਤੀਆਂ ਦੇ ਅਰਥ ਕਰ ਲਏ ਸਨ। ਸਤਿਗੁਰਾਂ ਨੇ ਸਾਨੂੰ ਬਚਨ ਕੀਤਾ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਤੂੰ ਚੰਗਾ ਕਰਮ ਕਰਨ ਲੱਗਿਆ ਹੈ, 1 ਮਿੰਟ ਵਾਸਤੇ ਵੀ ਬਿਲੰਬ ਨਾ ਕਰ, 1 ਮਿੰਟ ਵਾਸਤੇ ਵੀ ਤੂੰ ਰੁਕ ਨਾ। ਜਦੋਂ ਤੇਰੇ ਮਨ ਵਿੱਚ ਸੰਕਲਪ ਆ ਗਿਆ ਮੈਂ ਦਾਨ ਕਰ ਦੇਵਾਂ, ਤੂੰ ਦਾਨ ਕਰ ਦੇ। ਤੇਰੇ ਮਨ ਵਿੱਚ ਸੰਕਲਪ ਆ ਗਿਆ ਮੈਂ ਭਜਨ ਕਰਾਂ, ਮੈਂ ਬੰਦਗੀ ਕਰਾਂ, ਉਸੇ ਵੇਲੇ ਬੰਦਗੀ ਦੇ ਵਿੱਚ ਪ੍ਰਵਿਰਤ ਹੋ ਜਾ। ਨਹੀਂ ਤਾਂ ਕਲਯੁਗ ਐਸਾ ਤੱਤੀਆਂ ਹਵਾਵਾਂ ਦੇ ਵਿੱਚ ਚੱਲਦਾ ਹੈ। ਤੁਸੀਂ ਸਰਵਣ ਕੀਤਾ ਸੀ, 1 ਪਲ ਪਹਿਲਾਂ ਇਹ ਜੀਵ ਅਰਦਾਸ ਕਰਦਾ, ਮੈਂ ਤੁਹਾਨੂੰ 100 ਰੁਪਈਆ ਮੱਥਾ ਟੇਕਾਂਗਾ, ਪਰ ਜਿਉਂ-ਜਿਉਂ ਸਤਿਗੁਰਾਂ ਦੇ ਨੇੜੇ ਨੂੰ ਆਉਂਦਾ ਜਾਂਦਾ, ਕਰਨਾ ਤਾਂ 200, 300, 400 ਸੀ, ਪਰ ਘਟਦਾ 100 ਤੋਂ 50, 50 ਤੋਂ 25, 25 ਤੋਂ 5 ਤੇ ਆ ਜਾਂਦਾ ਹੈ। ਬੇਨਤੀ ਤਾਂ ਆਪਾਂ ਨੇ ਕੀਤੀ ਹੈ ਅਕਾਲ ਪੁਰਖ ਨੂੰ ਕਿ ਅਸੀਂ 10ਵਾਂ ਦਸੌਂਧ ਕੱਢਿਆ ਕਰਾਂਗੇ, ਦਾਨ ਪੁੰਨ ਕਰਿਆ ਕਰਾਂਗੇ,
100 ਰੁਪਈਆਂ ਦੇ ਮਗਰ 10 ਰੁਪਈਏ ਦਸਵੰਧ ਬਣਦਾ ਹੈ, ਪਰ ਜਦੋਂ ਬੰਦਾ ਲੱਖ ਰੁਪਈਆ ਕਮਾਉਂਦਾ ਫਿਰ 10,000 ਬਣ ਜਾਂਦਾ ਹੈ ਦਸਵੰਧ। ਫਿਰ 10,000 ਦੇਣਾ ਬੜਾ ਔਖਾ ਲੱਗਦਾ ਹੈ। ਹਾਂ, 100 ਮਗਰ 10 ਰੁਪਈਏ ਤਾਂ ਦੇ ਦਿੰਦਾ ਹੈ। ਭਾਵ ਜਦੋਂ ਗਰੀਬੀ ਸੀ ਨਾ, ਜਦੋਂ ਦਿਹਾੜੀ 50 ਰੁਪਈਏ 100 ਰੁਪਈਆ ਸੀ, ਉਦੋਂ ਇਹ ਬੜਾ ਵਧੀਆ ਟਾਈਮ ਲਗਾਉਂਦਾ ਹੁੰਦਾ ਸੀ। ਹੁਣ ਇਹਦੀ 50,000 ਤਨਖਾਹ ਹੋ ਗਈ, ਕਹਿੰਦਾ ਹਜੇ ਟਾਈਟ ਬੜੇ ਚੱਲਦੇ ਆ, ਹਜੇ ਤਾਂ ਇਸ ਵਾਰ ਤਾਂ ਪੱਲੇ ਕੁਛ ਪਿਆ ਹੀ ਨਹੀਂ। ਆ ਪੁਲਿਸ ਵਾਲਿਆਂ ਨੂੰ ਦੇਖ ਲਓ ਤੁਸੀਂ, ਵਕੀਲਾਂ ਨੂੰ, ਡਾਕਟਰਾਂ ਨੂੰ ਦੇਖ ਲਓ, ਜਿਹੜੀ ਤਨਖਾਹ ਬਣਦੀ ਹੈ ਨਾ ਉਹ ਗਿਣਤੀ 'ਚ ਨਹੀਂ ਹੈ, ਜਿਹੜਾ ਉੱਪਰੋਂ ਬਣਦਾ ਉਹ ਗਿਣਤੀ 'ਚ ਕਰਦੇ ਹੈ। ਅੱਜ ਤਾਂ ਲੱਖ ਰੁਪਈਆ ਹੀ ਉੱਪਰੋਂ ਬਣਿਆ, ਕੀ ਬਣਦਾ ਜੀ ਸਾਡੀਆਂ ਨੌਕਰੀਆਂ 'ਚੋਂ? ਅੱਜ ਇੱਕ ਦਿਨ ਦਾ ਲੱਖ ਰੁਪਈਆ ਹੀ ਬਣਿਆ। ਦੇਖੋ 50, 60, 70,000 ਨੌਕਰੀ, ਉਹ ਗਿਣਦੇ ਨਹੀਂ। ਗਿਣਨ ਵੀ ਕਿਵੇਂ ਜਦੋਂ ਲੱਖ ਲੱਖ ਉੱਤੋਂ ਬਣਾਉਂਦੇ ਨੇ ਰੋਜ਼ ਦਾ। ਫਿਰ ਉਹਨਾਂ ਦੀ ਔਲਾਦ ਵੱਲ ਨਿਗਾਹ ਮਾਰਿਓ। ਅਸੀਂ ਚੰਡੀਗੜ੍ਹ ਕਿਸੇ ਪ੍ਰੇਮੀ ਦੇ ਘਰੇ ਗਏ, ਉਹ ਆਪ ਵੀ ਪ੍ਰੇਮੀ ਵਕੀਲ ਸੀ, ਬੜਾ ਤਕੜਾ ਨਾਮਵਰ, ਔਰ ਉਹਦਾ ਬੇਟਾ ਵੀ ਨਾਮਵਰ ਵਕੀਲ ਸੀ। ਬੜੀ ਵਧੀਆ ਉਹਨਾਂ ਦੀ ਜੌਬ ਚੱਲ ਰਹੀ ਸੀ। ਸ਼ਾਮ ਨੂੰ ਜੱਥਾ ਜਦੋਂ ਪ੍ਰਸ਼ਾਦਾ ਛਕਣ ਲੱਗਿਆ ਤਾਂ ਸਾਧ ਸੰਗਤ, ਅਸੀਂ ਵੀ ਕਹਿ ਦਿੱਤਾ ਭਾਈ ਸਾਹਿਬ ਸਾਡੇ ਕੋਲ ਹੀ ਬੈਠ ਕੇ ਛਕ ਲਓ ਪ੍ਰਸ਼ਾਦਾ। ਕਹਿਣ ਲੱਗਾ ਨਹੀਂ ਜੀ, ਬਸ ਸਾਡੇ ਕਰਮਾਂ 'ਚ ਪ੍ਰਸ਼ਾਦਾ ਕਿੱਥੇ, ਪੁਰਸ਼ਾਂ ਦੇ ਨਾਲ ਬੈਠ ਕੇ ਅਸੀਂ ਭੋਜਨ ਛਕ ਸਕੀਏ। ਅਸੀਂ ਕਿਹਾ ਕੋਈ ਨਾ, ਤੁਸੀਂ ਵੱਡੇ ਹੋ, ਸਤਿਕਾਰਯੋਗ, ਬਹਿ ਜਾਓ ਸਾਡੇ ਨਾਲ। ਉਹਨਾਂ ਨੇ ਛਕਿਆ ਨਾ ਸਾਡੇ 4-5 ਵਾਰ ਕਹਿਣ ਤੇ ਸਾਡੇ ਮਨ ਵਿੱਚ ਵੀ ਰੋਸ ਜਿਹਾ ਬਣਿਆ ਕਿ ਵੈਸੇ ਸਾਨੂੰ ਘਰ ਬੁਲਾਇਆ ਤੇ ਬਚਨ ਸਾਡਾ ਮੰਨਿਆ ਨਹੀਂ। ਭੋਜਨ ਛਕਣ ਤੋਂ ਬਾਅਦ ਅਸੀਂ ਉਹਨੂੰ ਆਪਣੇ ਕਮਰੇ ਵਿੱਚ ਬੁਲਾ ਲਿਆ। ਬੁਲਾ ਕਰਕੇ ਉਹਦੇ ਨਾਲ ਕੁਝ ਕੁ ਮਿੰਟਾਂ ਦੀ ਵਿਚਾਰ, ਇੱਕ ਪਾਸੇ ਅਸੀਂ ਤੈਨੂੰ ਬਚਨ ਕਰ ਰਹੇ ਹਾਂ ਕਿ ਬਹਿ ਜਾ ਪੰਗਤ ਵਿੱਚ ਭੋਜਨ ਪਾ ਲੈ, ਤੂੰ ਸਾਡਾ ਬਚਨ ਹੀ ਨਹੀਂ ਮੰਨਿਆ, ਕਿਉਂ? ਅਸੀਂ ਅਮੀਰਾਂ ਦੀ ਗੱਲ ਕਰਦੇ ਹਾਂ ਕਿ ਜਦੋਂ ਤਾਂ ਅਸੀਂ 50 ਰੁਪਏ ਦਿਹਾੜੀ, ਉਦੋਂ ਨੀਂਦ ਵੀ ਪੂਰੀ ਸੀ, ਭੁੱਖ ਵੀ ਪੂਰੀ ਸੀ, ਭੋਜਨ ਵਧੀਆ ਛਕਦਾ ਸੀ, ਸੁੰਦਰ ਵਸਤਰ ਪਾਉਂਦਾ ਸੀ। ਜਿਉਂ-ਜਿਉਂ ਪੈਸਾ ਵੱਧਦਾ ਜਾਂਦਾ, ਨਾ ਭੁੱਖ ਲੱਗਦੀ ਹੈ ਨਾ ਨੀਂਦ ਆਉਂਦੀ ਹੈ। ਬੈੱਡ ਤਾਂ ਲੈ ਲੈ 50-50 ਹਜ਼ਾਰ ਦੇ, ਨੀਂਦ ਆਉਂਦੀ ਨਹੀਂ, ਮੁੱਠੀ ਭਰ ਕੇ ਗੋਲੀਆਂ ਦੀ ਖਾਂਦਾ। ਸਾਧ ਸੰਗਤ ਜੀ, ਜਦੋਂ 50 ਰੁਪਏ ਦਿਹਾੜੀ ਸੀ, ਅੰਤਾਂ ਦੀ ਭੁੱਖ ਲੱਗਦੀ ਸੀ, ਕੁਝ ਮਿਲਦਾ ਨਹੀਂ ਸੀ ਖਾਣ ਨੂੰ, ਰੁੱਖੀਆਂ ਰੋਟੀਆਂ ਹੀ ਘਿਓ ਵਾਂਗੂ ਲੱਗਦੀਆਂ ਹੁੰਦੀਆਂ। ਤੇ ਹੁਣ ਆ ਫਰਿੱਜ ਖੋਲ ਕੇ ਦੇਖੋ ਜਰਾ, ਫਰੂਟਸ ਦੇ ਨਾਲ ਭਰੀ ਪਈ ਹੈ। ਆ ਤੁਸੀਂ ਆਪਣੇ ਕੰਸ ਦੇਖੋ, ਆ ਜੋ ਤੁਸੀਂ ਲਗਾਉਂਦੇ ਹੋ ਆਪਣੇ ਕਿਚਨ ਦੇ ਵਿੱਚ, ਉਹ ਸਾਰਾ ਕਿਤੇ ਫਰੂਟ ਪਏ ਨੇ, ਕਿਤੇ ਸਵੀਟਸ ਪਈਆਂ ਨੇ, ਮਠਿਆਈਆਂ ਵਗੈਰਾ। ਤੇ ਡਾਕਟਰ ਕਹਿੰਦਾ ਜੇ ਘਿਓ ਖਾਵੇਂਗਾ ਮਰ ਜਾਏਗਾ, ਜੇ ਤੂੰ ਮਠਿਆਈ ਖਾਵੇਂਗਾ ਮਰ ਜਾਏਗਾ, ਜੇ ਤੂੰ ਛਿਲਕੇ ਵਾਲੀਆਂ ਦਾਲਾਂ ਖਾਵੇਂਗਾ ਤਾਂ ਮਰ ਜਾਏਗਾ। ਉਦੋਂ ਸਾਧ ਸੰਗਤ ਲੱਕੜਾਂ ਚੱਬਦਾ ਸੀ, ਉਹ ਵੀ ਘਿਓ ਵਾਂਗੂ ਲੱਗਦੀਆਂ ਸੀ, ਰੁੱਖੀਆਂ ਰੋਟੀਆਂ। ਉਦੋਂ ਇਹਨਾਂ ਪਦਾਰਥਾਂ ਨੂੰ ਤਰਸਦਾ ਸੀ, ਮਿਲਦੇ ਨਹੀਂ ਸੀ। ਅੱਜ ਮਿਲੇ ਹੋਏ ਨੇ, ਅੱਜ ਖਾ ਨਹੀਂ ਸਕਦਾ, ਜੇ ਖਾਵੇਂਗਾ ਤਾਂ ਮਰ ਜਾਏਗਾ। ਜੇ ਤੂੰ ਧਰਮ ਕਰਮ ਕਰਨ ਲੱਗਿਆ ਵਿਲੰਬ ਨਾ ਕਰਦਾ ਹੁੰਦਾ, ਅੱਜ ਤੇਰੀ ਸਰੀਰਕ ਮਨੋਦਸ਼ਾ ਐਸੀ ਨਾ ਬਣਦੀ। ਅਸੀਂ ਉਹ ਬਚਨ ਕਰ ਰਹੇ ਸਾਂ। ਅਸੀਂ ਉਸ ਵਕੀਲ ਸਾਹਿਬ ਨੂੰ ਕੋਲ ਬੁਲਾ ਕੇ ਬੇਨਤੀ ਕੀਤੀ, ਤੂੰ ਸਾਡਾ ਬਚਨ ਕਿਉਂ ਨਹੀਂ ਮੰਨਿਆ? ਤੂੰ ਪੰਗਤ ਵਿੱਚ ਬੈਠ ਕੇ ਭੋਜਨ ਕਿਉਂ ਨਹੀਂ ਛਕਿਆ? ਉਹ ਨਿਮਰਤਾ ਦੇ ਨਾਲ ਐ ਨੀਚੇ ਭੁੰਜੇ ਬੈਠ ਗਿਆ ਔਰ ਬੜੇ ਪ੍ਰੇਮ ਨਾਲ ਕਹਿੰਦਾ, ਮਾਫ ਕਰਨਾ, ਮੈਂ ਤੁਹਾਡਾ ਬਚਨ ਨਹੀਂ ਮੰਨਿਆ, ਪਰ ਮੈਂ ਕੀ ਕਰਦਾ, ਮੈਂ ਬੜੀ ਵੱਡੀ ਪ੍ਰੋਬਲਮ ਵਿੱਚ ਹਾਂ। ਤੁਹਾਡੇ ਵੱਡੇ ਭਾਗ, ਤੁਸੀਂ ਪ੍ਰਸ਼ਾਦਾ ਛਕਦੇ ਹੋ। ਮੈਂ ਕਿਹਾ ਇਹਦੇ ਵਿੱਚ ਕਿਹੜੀ ਗੱਲ ਹੈ, ਵੱਡੇ ਭਾਗ ਪ੍ਰਸ਼ਾਦਾ ਛਕਦੇ, ਸਾਰੀ ਦੁਨੀਆ ਛਕਦੀ ਹੈ। ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਕਹਿੰਦਾ ਜੀ ਸਾਰੀ ਦੁਨੀਆ ਨਹੀਂ ਛਕਦੀ, ਮੈਨੂੰ ਡਾਕਟਰ ਨੇ ਕਿਹਾ ਤੂੰ ਆਟਾ ਨਹੀਂ ਖਾਣਾ, ਜਿਹੜਾ ਆਟਾ ਛਾਣ ਕੇ ਬੂਰਾ ਕੱਢ ਕੇ ਡੰਗਰਾਂ ਮੂਹਰੇ ਸਿੱਟਦੇ ਆਪਾਂ, ਤੂੰ ਬੂਰੇ ਦੀਆਂ ਰੋਟੀਆਂ ਖਾਣੀਆਂ ਨੇ। ਜੇ ਤੂੰ ਬੂਰੇ ਦੀਆਂ ਰੋਟੀਆਂ ਖਾਵੇਂਗਾ ਤਾਂ ਬਚ ਜਾਏਗਾ, ਆਟਾ ਖਾਏਂਗਾ ਤਾਂ ਮਰ ਜਾਏਗਾ। ਅੱਜ ਕੱਲ੍ਹ ਰਾਮਦੇਵ ਹੋਣੀ ਵੇਚਦੇ ਨਹੀਂ, ਜਿਨ੍ਹਾਂ ਨੂੰ ਕਣਕ ਦੇ ਆਟੇ ਤੋਂ ਐਲਰਜੀ ਹੈ, ਸਾਡੇ ਵਾਲਾ ਆਟਾ ਖਾਓ, ਉਹ ਵੇਚਦੇ ਨੇ ਨਾ।
ਉਹਦੇ ਵਿੱਚ ਕਿਤੇ ਜੌਂ ਪੀਸੇ ਨੇ, ਮੂੰਗੀ ਪੀਸੀ ਹੋਈ ਹੈ, ਬਾਜਰਾ ਜਵਾਰ ਪੀਸੀ ਹੈ, ਕਣਕ ਨਹੀਂ ਖਾ ਸਕਦੇ। ਸਾਰੀ ਦੁਨੀਆ ਕਣਕ ਖਾਂਦੀ ਹੈ। ਤੇ ਉਹਦੀ ਕਮਾਈ ਕਹਿੰਦਾ ਜੀ ਵੈਸੇ ਤਾਂ ਅਸੀਂ ਥੋੜੀ ਫੀਸ ਰੱਖੀ ਹੈ, ਲੱਖ ਕੁ ਰੁਪਈਆ, ਤੇ ਜੇ ਕਿਤੇ ਕੋਈ ਤਕੜਾ ਆਦਮੀ ਆ ਜਾਵੇ, ਜਿਵੇਂ ਕਿਸੇ MLA ਦਾ ਕੇਸ ਆ ਗਿਆ, ਕਿਸੇ ਮੇਅਰ ਦਾ ਕੇਸ ਆ ਗਿਆ, ਵੱਡੀਆਂ ਵੱਡੀਆਂ ਹਸਤੀਆਂ ਦੇ ਕੇਸ ਆ ਗਏ, ਕਹਿੰਦਾ ਫਿਰ ਅਸੀਂ 10-12 ਲੱਖ ਵੀ ਲੈ ਲੈਂਦੇ ਹੁੰਨੇ ਆ ਇੱਕ ਕੇਸ ਦਾ। ਮੈਂ ਕਿਹਾ ਇੱਕ ਮਹੀਨੇ 'ਚ ਇੱਕੋ ਹੀ ਕੇਸ ਕਰ ਦਿਓ? ਕਹਿੰਦੇ ਨਹੀਂ, ਵੀ 25-30 ਕੇਸ ਅਸੀਂ ਇੱਕ ਮਹੀਨੇ ਦੇ ਕਰਦੇ ਆ। ਇੱਕ ਦਿਨ 'ਚ ਅਸੀਂ ਉਡੀਕਦੇ ਹੀ ਰਹਿੰਦੇ ਆ, ਜਿਹੜੇ ਕੋਈ ਮੁਰਗੀ ਫਸ ਗਈ ਅਸੀਂ ਛੱਡਦੇ ਥੋੜੋ ਆ, ਸਾਰੀ ਅਸੀਂ ਕਰੀ ਜਾਂਦੇ ਆ। ਮੈਂ ਕਿਹਾ ਜੀ ਬੇਟਾ ਤੁਹਾਡਾ ਕਹਿੰਦਾ ਉਹ ਵੀ ਵੱਡਾ ਵਕੀਲ ਬਣ ਗਿਆ, ਹੁਣ ਉਹ ਵੀ ਇੰਨੀ ਪੈਸੇ ਕਮਾਉਂਦਾ, ਭਾਵ ਕਿ ਅਸੀਂ 60-70 ਲੱਖ ਰੁਪਈਆ ਮਹੀਨੇ ਦਾ ਕਮਾਉਂਦੇ ਆ ਤੇ ਰੋਟੀਆਂ ਖਾਂਦੇ ਆ ਬੂਰੇ ਦੀਆਂ। ਮਗਾ ਅਸੀਂ ਤੁਹਾਡੇ ਨਾਲ ਵਾਕਈ ਬਹੁਤ ਚੰਗੇ ਆ, ਅਸੀਂ ਪ੍ਰਸ਼ਾਦਾ ਤਾਂ ਚੱਜ ਦਾ ਛਕਦੇ ਆ, ਅਸੀਂ ਬੂਰੇ ਦੀਆਂ ਰੋਟੀਆਂ ਤਾਂ ਨਹੀਂ ਖਾਂਦੇ, ਅਸੀਂ ਚੰਗੇ ਆ। ਸਾਧ ਸੰਗਤ ਜੀ, ਤਪੋਂ ਰਾਜ ਰਾਜੋਂ ਨਰਕ। ਜੇ ਤਪ ਕੀਤਾ, ਤਪੱਸਿਆ ਕੀਤੀ, ਭਗਤੀ ਕੀਤੀ, ਤਾਂ ਹੁਣ ਸਾਡੇ ਪਾਸ 4 ਪੈਸੇ ਨੇ। ਤੁਸੀਂ ਗੱਡੀਆਂ 'ਚ ਐਵੇਂ ਨਹੀਂ ਘੁੰਮਦੇ, AC ਐਵੇਂ ਨਹੀਂ ਲਾਏ, ਦੁਨੀਆ ਤਰਸਦੀ ਹੈ। ਗੱਡੀਆਂ ਮੋਟਰਾਂ ਨੂੰ ਹਜੇ ਵੀ ਦੁਨੀਆ ਤਰਸਦੀ ਹੈ। ਇਹ ਨਾ ਸੋਚੀਏ ਕਿ ਜੇ ਗੱਡੀ ਮੇਰੇ ਕੋਲ ਆ ਗਈ ਤਾਂ ਸਾਰਿਆਂ ਕੋਲ ਆ ਗਈ, ਕਈ ਹਜੇ ਸਾਈਕਲ ਨੂੰ ਵੀ ਤਰਸਦੀ ਹੈ। ਐਸੇ ਐਸੇ ਭਾਗ ਨੇ। ਜੇ ਸਾਨੂੰ ਇਹ ਵਸਤੂਆਂ ਮਿਲੀਆਂ ਨੇ ਤਾਂ ਵਾਹਿਗੁਰੂ ਜੀ ਦਾ ਧੰਨਵਾਦ ਕਰੀਏ, ਸੱਚੇ ਪਾਤਸ਼ਾਹ ਕਿਸੇ ਕਰਮ ਦਾ ਚੰਗਾ ਭਾਗ ਸਾਨੂੰ ਮਿਲ ਗਿਆ, ਸਾਨੂੰ ਗੱਡੀਆਂ ਮੋਟਰਾਂ ਮਿਲ ਗਈਆਂ, ਅਸੀਂ 4 ਬੰਦਿਆਂ 'ਚ ਬੈਠ ਕੇ ਗੱਲ ਕਰ ਸਕਦੇ ਹਾਂ, ਅਸੀਂ ਵੀ ਕਿਤੇ ਕਿਤੇ ਸਤਿਕਾਰਯੋਗ ਹਾਂ, ਤੇਰਾ ਧੰਨਵਾਦ ਹੈ। ਤਪੋ ਰਾਜ ਮਿਲ ਗਿਆ, ਤੁਸੀਂ ਕੋਈ ਚੰਗਾ ਕਰਮ ਕੀਤਾ ਸੀ, ਹੁਣ ਤੁਸੀਂ ਅੱਛਾ ਜੀਵਨ ਬਤੀਤ ਕਰ ਰਹੇ ਹੋ। ਇਹ ਨਾ ਹੋਵੇ ਕਿ ਅੱਛੇ ਜੀਵਨ ਦੇ ਵਿੱਚ ਵਾਹਿਗੁਰੂ ਜੀ ਨੂੰ ਭੁੱਲ ਜਾਈਏ। ਜਦੋਂ ਅਸੀਂ ਅੱਛਾ ਜੀਵਨ ਬਤੀਤ ਕਰਦੇ ਹਾਂ, ਸੁੰਦਰ ਵਸਤਰ ਧਾਰਨ ਕੀਤੇ ਨੇ, ਅੱਛਾ ਭੋਜਨ ਛਕ ਰਹੇ ਹਾਂ, ਸਾਡਾ ਸਤਿਕਾਰ ਹੋ ਰਿਹਾ ਹੈ, ਵਾਹਿਗੁਰੂ ਜੀ ਦੇ ਧੰਨਵਾਦ ਵਾਸਤੇ 5 ਬਾਣੀਆਂ ਸਵੇਰੇ ਪੜ੍ਹਨੀਆਂ ਚਾਹੀਦੀਆਂ, ਸੁਖਮਨੀ ਸਾਹਿਬ ਪੜ੍ਹਨੀ ਚਾਹੀਦੀ ਹੈ, ਦਸਵੰਧ ਕੱਢੋ। ਮੈਂ ਵੀ ਇਹ ਗੱਲ ਕਹਿਣਾ ਕਿ 10ਵਾਂ ਹਿੱਸਾ ਦਿਓ, ਪਰ ਵੱਡੇ ਮਹਾਰਾਜ ਜੀ ਕਈ ਵਾਰ ਕਹਿੰਦੇ ਹੁੰਦੇ, ਕਿਉਂਕਿ ਆਪਣੇ ਪੇਂਡੂ ਸੰਗਤਾਂ ਦਾ ਭਲਾ ਕਰਨ ਵਾਸਤੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਉਹ ਕਹਿੰਦੇ ਹੁੰਦੇ, ਦਾਨ ਬਿਤ ਸਮਾਨ, ਦਾਨ ਕਰੋ ਜ਼ਰੂਰ, ਪਰ ਅਸੀਂ ਤੁਹਾਡੇ ਗਲ ਗੂਠਾ ਨਹੀਂ ਦਿੰਦੇ। ਜਿੰਨੀ ਕਿ ਹਿੰਮਤ ਹੈ ਉਨਾ ਕੁ ਤਾਂ ਕਰ ਲਓ। ਅਸੀਂ ਢਿੱਲੇ ਦੇ ਦਿੰਨੇ ਆ, ਤੁਸੀਂ ਉਦੋਂ ਵੀ ਘਟ ਜਾਂਦੇ ਹੋ। ਜਿਵੇਂ ਰਾਤ ਸਾਖੀ 'ਚ ਸੁਣਿਆ ਸੀ, ਪਹਿਲਾਂ 100 ਚਾਦਰਾਂ ਸੁੱਖ ਲੀਆਂ, ਫਿਰ 50 ਤੇ ਆ ਗਿਆ, ਫਿਰ 25 ਤੇ ਆ ਗਿਆ, ਤੇ ਬਾਬਿਆਂ ਨੂੰ 5 ਦਿੱਤੀਆਂ। ਯਾਨੀ ਇਹ ਨਾ ਹੋਵੇ ਵੀ ਘਟਦੇ ਢਿੱਲ ਵਰਤਦੇ ਤੁਸੀਂ ਜਮਾਂ ਹੀ ਬੇਹੇ ਪਾਣੀ 'ਚ ਬਹਿ ਜਾਓ। ਇਹ ਵੀ ਨਹੀਂ ਕਰਨਾ, ਘੱਟੋ ਘੱਟ ਦਸਵੰਧ ਦੇਣਾ ਹੈ। ਪਰ ਜੇ ਹੁਣ ਜ਼ਿਮੀਂਦਾਰ ਬੇਨਤੀ ਕਰਦਾ ਹੈ, ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਆਂ ਨੇ 52 ਵਚਨ ਉਚਾਰਨ ਕੀਤੇ, ਉਹ ਸਾਡੀ ਰਿਕਾਰਡਿੰਗ ਵੀ ਕੀਤੀ ਹੈ KRC ਕੰਪਨੀ ਨੇ, ਉਹ ਕੈਸਟ ਉੱਥੋਂ ਮਿਲ ਵੀ ਜਾਂਦੀ, YouTube ਤੇ ਵੀ ਉਹਨਾਂ ਨੇ ਪਾ ਦਿੱਤੇ ਹੋਏ ਹਨ, ਉਪਕਾਰ ਸਿੰਘ ਹੋਣਾ ਨੇ। ਸੋ ਅਸੀਂ ਦੱਸ ਰਹੇ ਸਾਂ, ਪਹਿਲਾ ਵਚਨ ਹੈ ਕਿ ਕਿਰਤ ਧਰਮ ਦੀ ਕਰਨੀ, ਪਹਿਲਾ ਵਚਨ ਹੈ 52 ਵਚਨਾਂ ਦੇ ਵਿੱਚੋਂ। ਫਿਰ ਸੰਗਤ ਪੁੱਛਦੀ ਹੈ, ਮਹਾਰਾਜ ਦਸਵੰਧ ਕਿਵੇਂ ਕੱਢੀਏ? ਜਿਵੇਂ ਆਪਾਂ ਜ਼ਿਮੀਂਦਾਰ ਹਾਂ, ਸਾਨੂੰ ਇੱਕ ਉਹਨਾਂ ਨੇ ਰੂਲਸ ਦੇ ਦਿੱਤਾ, ਜਿਵੇਂ ਤੁਸੀਂ ਖੇਤੀ ਕਰਦੇ ਹੋ, ਤੁਸੀਂ ਖੇਤੀ ਦੇ ਉੱਤੇ ਵਹਾਈ ਦਾ ਖਰਚਾ ਲਿਖ ਲਓ, ਬਿਜਾਈ ਦਾ ਖਰਚਾ ਲਿਖ ਲਓ, ਉਹਦੇ ਤੇ ਜੋ ਮਜ਼ਦੂਰੀ ਆਈ, ਕੰਮ ਕਰਨ ਵਾਲਿਆਂ ਨੇ, ਮਜ਼ਦੂਰ ਲੋਕਾਂ ਨੇ, ਲੇਬਰ, ਉਹ ਸਾਰਾ ਲਿਖ ਲਓ, ਦਵਾਈਆਂ ਦਾ ਖਰਚਾ ਸਾਰਾ ਲਿਖ ਲਓ, ਤੇਲ ਦਾ ਖਰਚਾ, ਡੀਜ਼ਲ, ਉਹ ਸਾਰਾ ਲਿਖ ਲਓ। ਜਿੰਨੀ ਤੁਹਾਡੀ ਕਮਾਈ ਹੋਈ, ਜਿਵੇਂ ਹੁਣ ਅਸੀਂ ਜੀਰੀ ਵੇਚੀ ਹੈ, ਉਹ ਸਾਰਾ ਲਿਖ ਲਓ। ਜੇ ਜੀਰੀ 5 ਲੱਖ ਦੀ ਹੋ ਗਈ ਤੇ 1.5 ਲੱਖ ਰੁਪਇਆ, 2 ਲੱਖ ਤੁਹਾਡਾ ਖਰਚਾ ਆਇਆ, ਤਾਂ ਤੁਸੀਂ 5 ਲੱਖ ਦਾ ਦਸਵੰਧ ਨਹੀਂ ਦੇਣਾ। ਮੈਂ ਇੱਕ ਐਗਜ਼ਾਮਪਲ ਦੇ ਰਿਹਾ, ਦਸਵੰਧ ਕਿਵੇਂ ਦੇਣਾ ਹੈ। 5 ਲੱਖ ਦੀ ਤੁਸੀਂ ਜੀਰੀ ਵੇਚ ਦਿੱਤੀ ਹੈ, 2 ਲੱਖ ਤੁਹਾਡਾ ਖਰਚਾ ਹੋਇਆ, 5 ਲੱਖ ਦਾ ਦਸਵੰਧ 50,000 ਬਣਦਾ ਸੀ, ਉਹ ਨਹੀਂ, ਤੁਸੀਂ 2 ਲੱਖ ਅਲੱਗ ਕੱਢ ਦਿਓ ਜਿਹੜਾ ਤੁਹਾਡਾ ਖਰਚਾ ਹੋਇਆ। ਜਿਹੜਾ ਤੁਹਾਡਾ 3 ਲੱਖ ਬਚਿਆ, ਤੁਸੀਂ ਉਹਦੇ ਵਿੱਚੋਂ ਦਸਵੰਧ ਦੇਣਾ ਹੈ। ਭਾਵ ਤੁਸੀਂ ਖਰਚੇ ਅਲੱਗ ਕੱਢ ਦਿਓ, ਜਿੰਨੇ ਖਰਚੇ ਨੇ, ਬੱਚਿਆਂ ਦੀਆਂ ਫੀਸਾਂ ਨੇ, ਤੁਹਾਡੇ ਘਰ ਦੇ ਖਰਚੇ ਨੇ, ਸਾਰੇ ਖਰਚੇ ਕੱਢ ਦਿਓ। ਜਿੰਨੀ ਤੁਹਾਡੇ ਕੋਲ ਬਚਤ ਹੋਈ ਹੈ ਉਹਦਾ ਦਸਵੰਧ ਦੇ ਸਕਦੇ ਹੋ। ਜੇ ਦੇਣਾ ਹੋਵੇ ਉਹਨਾਂ ਵਾਸਤੇ ਇੰਨਾ ਹੀ ਗਿਆਨ ਬਹੁਤ ਹੈ।
ਜਿਹਨੇ ਦੇਣਾ ਹੀ ਨਹੀਂ ਉਹਦੇ ਤੇ ਜਿੰਨੀ ਮਰਜ਼ੀ ਮਗਜਮਾਰੀ ਕਰੀ ਚੱਲੋ, ਉਹਨੇ ਤਾਂ ਦੇਣਾ ਹੀ ਨਹੀਂ ਹੈ। ਮੈਂ ਤਾਂ ਦੱਸ ਰਿਹਾ ਕਿਉਂਕਿ ਸਤਿਗੁਰੂ ਕਹਿੰਦੇ ਨੇ ਨਹਿ ਬਿਲੰਬ ਧਰਮੰ, ਕਹਿੰਦੇ ਭਾਈ ਧਰਮ ਦੇ ਕੰਮਾਂ ਨੂੰ ਬਿਲੰਬ ਨਾ ਕਰੋ। ਬਿਲੰਬ ਪਾਪੰ, ਪਾਪ ਕਰਮ ਕਰਨ ਲੱਗਿਆ ਚੋਰੀ ਕਰਦੇ ਸੋਚ 100 ਵਾਰੀ। ਜਦੋਂ ਕਿਸੇ ਦੇ ਥੱਪੜ ਮਾਰਦੇ ਹੋ, ਕਿਸੇ ਨੂੰ ਗਾਲਾਂ ਕੱਢਦੇ ਹੋ, ਅੰਦਰ ਵਾਲਾ ਆਵਾਜ਼ ਦਿੰਦਾ ਤੂੰ ਇੱਕ ਗਾਲ ਕੱਢਦੇ ਉਹਨੇ ਤੈਨੂੰ 2 ਕੱਢਣੀਆਂ ਨੇ, ਤੂੰ ਉਹਦੇ ਇੱਕ ਥੱਪੜ ਮਾਰਦੇ ਉਹਨੇ ਤੇਰੇ 2 ਮਾਰਨੇ ਨੇ। ਧਿਆਨ ਨਾਲ, ਜੇ ਤੇਰਾ ਅੰਦਰਲਾ ਬੋਲਦਾ ਜ਼ਮੀਰ ਤੇਰਾ ਤੈਨੂੰ ਬੋਲਦਾ, ਤੂੰ ਉਹਦੀ ਗੱਲ ਸੁਣਦਾ ਫਿਰ ਤੂੰ ਨਹੀਂ ਮਾਰੇਗਾ। ਜੇ ਉਹ ਮਾਰਦਾ ਨਾ ਤਾਂ ਤੂੰ ਉਹਨੂੰ ਗਿਆਨ ਦੇ ਕੇ ਸਮਝਾਏਗਾ ਵੀ ਤੂੰ ਇੱਥੇ ਮਾਰ ਰਿਹਾ, ਇੱਥੇ ਵਸ ਨਹੀਂ। ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ। ਉਹਨੂੰ ਐਸਾ ਬਚਨ ਸੁਣਾ ਕੇ ਰੁਕ ਜਾਏ, ਪਰ ਜੇ ਉਹ ਨਹੀਂ ਰੁਕਦਾ ਤੇਰੇ ਮਾਰਦਾ, ਤੂੰ ਉਹਦੇ ਮਾਰਦਾ, ਉਹ ਤੇਰੇ ਮਾਰਦਾ, ਇੱਕ ਮਰ ਗਿਆ, ਫਿਰ ਕੇਸ, ਫਿਰ ਲੜਾਈਆਂ ਝਗੜੇ, ਕਿੱਥੇ ਤੱਕ ਜਾਏਗੀ ਗੱਲ। ਸਾਨੂੰ ਇਤਨਾ ਵੱਡਾ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਕਿਉਂ ਦਿੱਤਾ? ਕਿਉਂਕਿ ਇਹ ਬਾਣੀ ਜਿਨ ਮਾਨਸ ਦੇ ਦੇਵਤੇ ਕੀਏ ਕਰਤਨ ਲਾਗੀ ਬਾਰ। ਇਹ ਗੁਰਬਾਣੀ ਸਾਨੂੰ ਮਿਲੀ ਹੈ ਸਾਨੂੰ ਮਨੁੱਖਾਂ ਨੂੰ ਦੇਵਤੇ ਬਣਾਉਣ ਵਾਸਤੇ, ਮਹਾਪੁਰਸ਼ ਬਣਾਉਣ ਵਾਸਤੇ, ਹੋਲੀ ਪਰਸਨ ਬਣਾਉਣ ਵਾਸਤੇ ਸਾਨੂੰ ਇਹ ਗੁਰਬਾਣੀ ਅਕਾਲ ਪੁਰਖ ਦੇ ਦੇਸ਼ ਵਿੱਚੋਂ ਆਈ ਹੈ। ਇਸ ਕਰਕੇ ਬਿਲੰਬ ਪਾਪੰ, ਪਾਪ ਕਰਮ ਕਰਨ ਲੱਗਿਆ ਵਿਲੰਬ ਕਰ, ਦੇਰੀ ਕਰ, ਰੁਕ ਜਾ, ਸੋਚ, ਫਿਰ ਕਿਤੇ ਜਾ ਕੇ ਕਰਮ ਕਰ। ਫਿਰ ਮਹਾਰਾਜ ਕਰਮ ਕਰਨਾ ਕਿਹੜਾ ਚਾਹੀਦਾ ਹੈ? ਮਹਾਰਾਜ ਕਹਿੰਦੇ ਦ੍ਰਿੜਹੰਤ ਨਾਮੰ ਤਜੰਤ ਲੋਭੰ। ਦ੍ਰਿੜ ਕਰ ਆਪਣੇ ਜੀਵਨ ਦੇ ਵਿੱਚ ਨਾਮ ਨੂੰ। ਕੁਛ ਹੋ ਜੇ ਇੱਕ ਰੂਲ ਬਣਾ ਲੈ। 5 ਬਾਣੀਆਂ ਅਸੀਂ ਬਚਨ ਤੁਹਾਨੂੰ ਦੇ ਰਹੇ ਹਾਂ, 5 ਬਾਣੀਆਂ ਰੋਜ਼ ਕਰੋ। ਕਈ ਕਹਿੰਦੇ ਅਸੀਂ ਕਰ ਨਹੀਂ ਸਕਦੇ, ਤਾਂ ਉਹ ਸੁਣ ਸਕਦੇ ਆ ਭਾਈ। ਤੁਸੀਂ ਟੇਪਾਂ ਅੱਜ ਕੱਲ੍ਹ ਦੇਖੋ, ਮੈਂ ਕਿੰਨੇ ਬਚਨਾਂ ਦੇ ਵਿੱਚ ਇਹ ਬਚਨ ਕੀਤਾ ਹੋਇਆ ਕਿ ਦੇਖੋ ਤੁਸੀਂ ਸਾਡੇ ਕਿੱਡੇ ਮਹਿੰਗੇ ਮਹਿੰਗੇ ਮੋਬਾਈਲ ਨੇ ਸਾਡੇ ਕੋਲੇ। ਕਿਸੇ ਇੱਕ ਪ੍ਰੇਮੀ ਦਾ ਮੋਬਾਈਲ ਦਿਖਾ ਦਿਓ ਜਿਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਵੇ। ਕਈ ਕਹਿੰਦੇ ਜੀ ਮੈਨੂੰ ਸੰਗੀਤ ਪਸੰਦ ਹੈ। ਰਾਗੀ ਸਿੰਘਾਂ ਨੇ ਜਪਜੀ ਸਾਹਿਬ 5 ਬਾਣੀਆਂ ਗਾਇਨ ਕਰਕੇ ਰਿਕਾਰਡਿੰਗਾਂ ਕਰਾਈਆਂ ਨੇ। ਜੇ ਤੈਨੂੰ ਮਿਊਜ਼ਿਕ ਪਸੰਦ ਹੈ ਤੂੰ 5 ਬਾਣੀਆਂ ਮਿਊਜ਼ਿਕ ਵਾਲੀਆਂ ਸੁਣ ਲੈ। ਦੱਸੋ ਕਿਹੜਾ ਸੁਣਦਾ ਹੈ? ਕਈ ਕਹਿੰਦੇ ਨਹੀਂ ਮੈਨੂੰ ਕੱਲੀ ਕਥਾ ਪਸੰਦ ਹੈ, ਕਥਾ ਹੋਣੀ ਚਾਹੀਦੀ ਹੈ। ਹੁਣ ਗਿਆਨੀ ਠਾਕੁਰ ਸਿੰਘ ਵਰਗੇ ਮਹਾਨ ਵਿਦਵਾਨਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਤੀ। ਲੈ ਮੈਨੂੰ ਇੱਕ ਮੋਬਾਈਲ ਦਿਖਾਓ ਜਿਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਭਰੀ ਹੋਵੇ। ਐਸੀਆਂ ਚੀਜ਼ਾਂ ਤੁਹਾਡੇ ਮੋਬਾਈਲਾਂ ਵਿੱਚ ਨੇ। ਇੱਕ ਬੰਦਾ ਗੱਲਾਂ ਕਰੇ, ਕਹਿੰਦਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਐਂ ਲੱਗਦਾ ਵੀ ਮੈਂ ਮਰਨ ਤੋਂ ਪਹਿਲਾਂ ਸਾਰਾ ਕੁਝ ਡਿਲੀਟ ਕਰ ਦੇਵਾਂ। ਜੇ ਮੇਰੇ ਮਰੇ ਤੇ ਮੇਰਾ ਮੋਬਾਈਲ ਘਰਦਿਆਂ ਦੇ ਹੱਥ ਲੱਗ ਗਿਆ, ਪਤਾ ਨਹੀਂ ਮੇਰੇ ਬਾਰੇ ਕੀ ਸੋਚਣਗੇ। ਐਸਾ ਸਮਾਨ ਰੱਖਦੇ ਆ ਲੋਕ, ਐਸੇ ਚੀਜ਼ਾਂ ਉਹਦੇ ਵਿੱਚ ਰੱਖਦੇ ਆ, ਪਰ ਗੁਰਬਾਣੀ ਨਹੀਂ ਰੱਖਦੇ। ਗੁਰਬਾਣੀ ਨਹੀਂ ਰੱਖਦੇ। ਕਿਹੜੇ ਇੰਨੇ ਕੁ ਪ੍ਰੇਮੀ ਨੇ? ਦੇਖੋ ਜੇ ਤੁਸੀਂ 50,000 ਦਾ, ਇੱਕ ਪ੍ਰੇਮੀ ਕਹਿੰਦਾ ਜੀ ਆ ਮੈਂ ਨਵਾਂ ਮੋਬਾਈਲ, ਮੈਂ ਕਿਹਾ ਕਿੰਨੇ ਕੁ ਦਾ ਹੈਗਾ? 10,000 ਦਾ। ਹੱਸ ਪਿਆ, ਕਹਿੰਦਾ ਜੀ 10,000 ਦਾ ਕੀ ਹੁੰਦੇ? 50,000 ਦਾ। ਕਹਿੰਦਾ ਜੀ ਲੱਖ ਦੇ ਮੋਬਾਈਲ ਹੋ ਗਏ। ਮੈਂ ਕਿਹਾ ਇਹ ਲਿਆ ਦਿਖਾ, ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੂਰਾ ਦਿਖਦਾ ਸਕਰੀਨ ਤੇ। ਕਹਿੰਦਾ ਜੀ ਇਹੋ ਜਿਹੀਆਂ ਚੀਜ਼ਾਂ ਨੇ ਵਿੱਚ ਰੱਖੀ ਦੀਆਂ, ਫਿਲਮਾਂ ਚਾਹੀਦੀਆਂ। ਦੇਖੋ ਤੁਸੀਂ ਇੱਥੇ ਉਧਰ ਸਿਨੇਮੇ 'ਚ ਲੱਗੀ ਹੋਈ ਆ, ਇਹ ਨਾਲ ਦੀ ਨਾਲ ਮੋਬਾਈਲ ਤੇ ਆ ਗਈ। ਆਹ ਚੀਜ਼ਾਂ ਨੇ ਸਾਡੇ 'ਚ। ਕਮਾਲ ਹੋ ਗਈ। ਤੇਰਾ ਲੱਖ ਦਾ ਮੋਬਾਈਲ ਸਾਡੇ ਕਿਸ ਕੰਮ ਦਾ? ਇਹ ਤਾਂ ਠੀਕਰ ਹੈ ਸਾਡੇ ਵਾਸਤੇ ਜੇ 'ਚ ਬਾਣੀਓ ਹੈ ਨਹੀਂ। ਹੁਣ ਜਿਹੜੇ ਬਜ਼ੁਰਗ ਕਹਿੰਦੇ ਸਾਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ, ਤੂੰ ਉਹਦੇ ਕੋਲ ਲਾ ਕੇ ਰੱਖ ਦੇ। ਤੂੰ ਤਾਂ ਆਪਦਾ ਮੋਬਾਈਲ ਹੀ ਨਹੀਂ ਫੜਾਉਂਦਾ ਕਿਸੇ ਨੂੰ। ਜੇ ਕੋਈ ਹੱਥ ਲਾਉਂਦੇ ਨਾ, ਜੇ ਇੱਕ ਜਾਣਾ ਦੂਜੇ ਜਾਣੇ ਦਾ ਫੋਨ ਚੱਕ ਲਵੇ, ਪਿਕ ਕਰ ਲਵੇ, ਹੈਲੋ ਕਹਿ ਦੇਵੇ, ਮੌਤ ਪੈ ਜਾਂਦੀ। ਤੂੰ ਮੇਰੇ ਮੋਬਾਈਲ ਨੂੰ ਹੱਥ ਕਿੱਦਾਂ ਲਾਤਾ? ਮੈਂ ਤੇਰੇ ਹੱਥ ਤੋੜ ਦੂੰਗਾ। ਪਾਸਵਰਡ ਇੱਕ ਦੂਜੇ ਤੋਂ ਚੋਰੀ। ਇੱਕ ਪਰਿਵਾਰ ਹੈ, ਐਡੇ ਲੋਕ ਲਾਏ ਨੇ ਉਹਨਾਂ ਨੂੰ ਵੀ ਕਿਸੇ ਨੂੰ ਪਤਾ ਨਾ ਲੱਗੇ। ਫਿਰ ਟਿੱਡਾ ਜਿਹਾ ਕਰਕੇ ਖੋਲਦੇ ਆ। ਕੀ ਤੂੰ ਉਹ 'ਚ ਹੀਰੇ ਰੱਖੇ ਹੋਏ ਨੇ, ਡਾਇਮੰਡ ਨੇ ਤੇਰੇ ਦੇ ਵਿੱਚ? ਐਸਾ ਕਿਹੜਾ ਪਾਪ ਲਕੋਇਆ ਜੀ ਤੇ ਐਡੇ ਜਿੰਦੇ ਲਾਉਣਾ ਤੂੰ ਭਾਈ? ਕਹਿੰਦੇ ਨਾ ਜੀ ਕਿਤੇ ਮੇਰੇ ਪਾਪਾ ਨਾ ਦੇਖ ਲੈ, ਮੇਰੀ ਮੰਮੀ ਨਾ ਦੇਖ ਲੈ। ਮੰਮੀ ਪਾਪੇ ਤੋਂ ਚੋਰੀ ਕਰਦੀ, ਪਾਪਾ ਮੰਮੀ ਤੋਂ ਚੋਰੀ ਕਰੀ ਜਾਂਦਾ। ਦੱਸੋ ਫਿਰ ਜਵਾਕਾਂ ਨੇ ਤਾਂ ਕਰਨੀ ਹੋਈ ਹੈ ਭਾਈ। ਸੋ ਕਹਿਣ ਤੋਂ ਭਾਵ ਮੇਰਾ, ਜੇ ਐਡੇ ਮੋਬਾਈਲ ਰੱਖੇ ਹੈ ਜੋ ਗੁਰਬਾਣੀ ਹੋਣੀ ਚਾਹੀਦੀ ਹੈ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਇੰਨੇ ਬਚਨੇ ਬਹੁਤ ਨੇ ਤਰਨ ਵਾਸਤੇ
ਵੀ ਅਸੀਂ 5 ਬਾਣੀਆਂ ਹੀ ਕਰਨ ਲੱਗ ਜੇ ਬਹੁਤ ਹੈ। ਪੁਰਾਣੇ ਸਿੱਖ 36 ਬਾਣੀਆਂ ਦਾ ਨਿਤਨੇਮ ਕਰਦੇ ਹੁੰਦੇ ਸੀ। ਹੁਣ ਸਾਡੇ ਪ੍ਰਚਾਰਕ ਕਹਿੰਦੇ ਇੰਨੀਆਂ ਬਾਣੀਆਂ ਥੋੜੋ ਪੜ੍ਹੀ ਦੀਆਂ ਨੇ, ਇੰਨੀਆਂ ਨਹੀਂ ਪੜ੍ਹਨੀਆਂ ਚਾਹੀਦੀਆਂ। ਗੁਟਕੇ ਛਾਪ ਤੇ 3-3 ਬਾਣੀਆਂ ਦੇ, ਕਹਿੰਦੇ 3 ਬਾਣੀਆਂ ਪੜ੍ਹਿਆ ਕਰੋ, ਸ਼ਾਮ ਦੀਆਂ 2 ਰਲਾ ਕੇ 5 ਹੋ ਜਾਂਦੀਆਂ ਨੇ। ਇਹ ਨਹੀਂ ਕਹਿੰਦੇ ਕਿ ਟੀਵੀ ਘੱਟ ਦੇਖੋ, ਕਹਿੰਦੇ ਜੀ ਮਾਲਾ ਨਾ ਫੇਰਿਆ ਕਰੋ। ਮੈਂ ਕਿਹਾ ਉਹ ਮਾਲਾ ਤੈਨੂੰ ਦਿਖਦੀ ਹੈ ਵੀ ਮਾਲਾ ਨਹੀਂ ਫੇਰਨੀ, ਮੋਬਾਈਲ ਤੇ ਵੀ ਤਾਂ ਗੂਠਾ ਐਂ ਕਰੀ ਜਾਂਦੇ ਹੋ। ਉਹਨੂੰ ਤਾਂ ਰੋਕਦੇ ਨੇ ਵੀ ਗੂਠਾ ਮੋਬਾਈਲ ਤੇ ਐਂ ਕਿਉਂ ਚੱਲਦਾ, ਉਹ ਤੁਹਾਨੂੰ ਦਿਖਦਾ ਨਹੀਂ। ਸਾਡੀ ਮਾਲਾ ਦਾ ਮਣਕਾ ਤੁਹਾਨੂੰ ਦਿਖਦਾ ਵੀ ਮਾਲਾ ਨਾ ਫੇਰੋ। ਮਾਲਾ ਮਨਮੱਤ ਹੈ, ਮਾਲਾ ਹਿੰਦੂਆਂ ਦੀ ਹੈ। ਦੱਸੋ, ਮੋਬਾਈਲ ਤੁਹਾਡਾ ਸਾਰਿਆਂ ਦਾ ਸਾਂਝਾ ਹੋ ਗਿਆ, ਮਾਲਾ ਹਿੰਦੂਆਂ ਨੂੰ ਦੇਤੀ ਜਾਂ ਮੁਸਲਮਾਨਾਂ ਨੂੰ ਦੇਤੀ। ਜਾਣੀ ਜਿਹੜੇ ਕੰਮ ਤੋਂ ਰੋਕਣਾ ਸੀ ਉਹ ਤੋਂ ਨਹੀਂ ਰੋਕਣਾ, ਬਸ ਉਹ ਗਲਤ ਕੰਮ ਕਰਦੇ ਰਹੋ। ਅੱਜ ਹੀ ਮਾਲਾ ਨਾ ਫੇਰੋ, ਅੱਜ ਹੀ ਮੂਲ ਮੰਤਰ ਗੁਰਪ੍ਰਸਾਦ ਤੱਕ ਕਰੋ, ਅੱਜ ਹੀ 4 ਵਜੇ 2 ਵਜੇ ਤਾਂ ਉਹੀ ਉੱਠੇ ਫਿਰੀ ਜਾਂਦੇ ਹੋ, 4 ਵਜੇ ਉੱਠਿਆ ਕਰੋ। ਗ੍ਰੰਥੀ 4 ਵਜੇ ਕਿਉਂ ਉੱਠਦਾ, 5:30 ਉੱਠਿਆ ਕਰੇ। ਦੱਸੋ ਇਹ ਕੋਈ ਗੱਲਾਂ ਨੇ? ਜਿਹੜੇ ਕੰਮ ਕਰਨ ਵਾਲੇ ਸੀ ਕਿਹਦੇ ਬੱਚੇ, ਹੁਣ ਜਦੋਂ ਮੇਰੇ ਕੋਲ ਬੱਚੇ ਸੰਥਿਆ ਕਰਦੇ ਨੇ, ਜਦੋਂ ਮੈਂ ਬੱਚਿਆਂ ਨੂੰ ਸਮਾਗਮ ਤੇ ਲੈ ਕੇ ਜਾਣਾ, ਉਹ ਛੋਟੇ ਛੋਟੇ ਸੋਹਣੇ ਲੱਗਦੇ ਬਹੁਤ। ਸਾਰੇ ਕਹਿਣਗੇ ਬਾਬਾ ਜੀ ਤਾਂ ਤੁਸੀਂ ਬਹੁਤ ਚੰਗਾ ਕੰਮ ਕੀਤਾ। ਛੋਟੇ ਛੋਟੇ ਬੱਚੇ ਸਾਹਿਬਜ਼ਾਦਿਆਂ ਵਰਗੇ ਲੱਗਦੇ ਨੇ। ਉਹ ਮੈਂ ਕਹਿ ਦਿੰਦਾ ਉਹਨਾਂ ਲਿਆਓ ਤੁਹਾਡੇ ਜਵਾਕਾਂ ਨੂੰ ਵੀ ਸਾਹਿਬਜ਼ਾਦੇ ਬਣਾ ਦਈਏ। ਨਾ ਜੀ ਅਸੀਂ ਤਾਂ ਆਪਦੇ ਮੁੰਡੇ ਨੂੰ ਇੰਜੀਨੀਅਰ ਬਣਾਉਣਾ, ਅਸੀਂ ਤਾਂ ਵਕੀਲ। ਮੈਂ ਕਿਹਾ ਸਾਧ ਸਾਡੇ ਜਵਾਕਾਂ ਨੂੰ ਬਣਾ ਦਿਓ, ਤੁਸੀਂ ਵਕੀਲ ਬਣੋ। ਆਪ ਦੇ ਜਵਾਕਾਂ ਨੂੰ ਨਹੀਂ ਸਿੱਖੀ 'ਚ ਲੈ ਕੇ ਆਉਣਾ। ਆ ਤੁਹਾਡੇ ਜਵਾਕ ਚੰਗੇ ਸਾਧ ਬਣੇ ਫਿਰੀ ਜਾਣ। ਸੋ ਕਹਿਣ ਤੋਂ ਭਾਵ ਚੰਗੇ ਕਰਮ ਵੀ ਮੈਂ ਨਾ ਕਰਾਂ, ਮੈਨੂੰ ਨਾ ਕਹਿ ਦਿਓ ਪਾਠ ਕਰ, ਤੁਸੀਂ ਕਰੀ ਚੱਲੋ ਜੀ, ਚਾਹੇ ਸਾਰੀ ਰਾਤ ਕਰੀ ਚੱਲੋ। ਇਸ ਕਰਕੇ ਮਹਾਰਾਜ ਕਹਿੰਦੇ ਨੇ ਦ੍ਰਿੜੰਤ ਨਾਮੰ ਤਜੰਤ ਲੋਭੰ। ਇਹ ਸਹਿਸਕ੍ਰਿਤੀ ਹੈ। ਇੱਕ ਸੰਸਕ੍ਰਿਤ ਹੁੰਦੀ ਹੈ, ਇੱਕ ਸਹਿਸਕ੍ਰਿਤੀ ਹੁੰਦੀ ਹੈ। ਸਹਿਸਕ੍ਰਿਤੀ ਮਾਤਾ ਹੈ, ਸੰਸਕ੍ਰਿਤ ਬੇਟੀ ਹੈ। ਪਹਿਲਾਂ ਸਹਿਸਕ੍ਰਿਤੀ ਦੁਨੀਆ ਤੇ ਆਈ, ਜਿਸ ਨੂੰ ਦੇਵ ਗਣ ਲਿਪੀ ਕਿਹਾ ਜਾਂਦਾ ਹੈ। ਸਹਿਸਕ੍ਰਿਤੀ ਦੇ ਵਿੱਚੋਂ ਸੰਸਕ੍ਰਿਤ ਨਿਕਲੀ ਹੈ, ਜਿਹਦੇ ਵਿੱਚ ਰਿਗ ਵੇਦ ਹੈ, ਜੁਜਰ ਵੇਦ ਹੈ, ਅਥਰਵਣ ਵੇਦ, ਸ਼ਾਮ ਵੇਦ, ਉਹ ਸਹਿਸਕ੍ਰਿਤੀ ਵਿੱਚ ਹਨ, ਦੇਵਗਣ ਲਿਪੀ ਦੇ ਵਿੱਚ ਹਨ। ਸਾਧ ਸੰਗਤ ਜਿਹੜੇ ਗੁਰਬਾਣੀ ਦੇ 10 ਅੰਗ ਨੇ ਸੰਸਕ੍ਰਿਤ ਦੇ, ਇਹ ਸਹਿਸਕ੍ਰਿਤੀ ਹੈ, ਇਹ ਮਾਤਾ ਬਾਣੀ ਹੈ। ਜਿਹਦੇ ਵਿੱਚ ਵੇਦ ਲਿਖੇ ਹਨ ਉਹ ਬੇਟੀ ਬਾਣੀ ਹੈ, ਬੇਟੀ ਬੋਲੀ ਹੈ, ਬੇਟੀ ਪਾਲੀ ਲਿਪੀ ਕਹਿ ਲਓ। ਇਹ ਪੁਰਾਤਨ ਬੋਲੀਆਂ ਹਨ, ਪੁਰਾਤਨ ਭਾਸ਼ਾਵਾਂ ਹਨ। ਇਵੇਂ ਕਿਵੇਂ? ਜਦੋਂ ਅਸੀਂ ਇਹਨੂੰ ਪੜ੍ਹਨ ਲੱਗ ਜਾਾਂਗੇ, ਬਾਰ-ਬਾਰ ਪੜਾਂਗੇ, ਫਿਰ ਸਹਿਸਕ੍ਰਿਤੀ ਸਾਨੂੰ ਸਮਝ ਆਉਣ ਲੱਗ ਜਾਏਗੀ। ਦ੍ਰਿੜੰਤ ਨਾਮੰ, ਨਾਮ ਨੂੰ ਮਨ ਵਿੱਚ ਟਿਕਾਉਣਾ ਕਰੋ, ਦ੍ਰਿੜ ਕਰਨਾ ਕਰੋ। ਤਜੰਤ ਲੋਭੰ, ਲੋਭ ਕਰਨਾ ਬੜਾ ਵੱਡਾ ਪਾਪ ਹੈ, ਲੋਭੀ ਹੋਣਾ। ਜਹਾਂ ਲੋਭ ਤਹਿ ਕਾਲ ਹੈ, ਜਿੱਥੇ ਲੋਭ ਹੈ ਨਾ ਉੱਥੇ ਕਾਲ ਹੈ। ਲੋਭ ਦਾ ਮਤਲਬ, ਇੱਕ ਸੰਤਾਂ ਕੋਲੇ 2 ਸੇਵਕ ਰਹਿੰਦੇ ਸੀ। ਸੰਤਾਂ ਨੇ ਆਪਣੀ ਗੱਦੀ ਦੇਣੀ ਸੀ, ਅੱਗੇ ਸਮਾਂ ਪੂਰਾ ਹੋ ਗਿਆ ਸੀ ਉਹਨਾਂ ਦਾ, ਸੱਚਖੰਡ ਜਾਣ ਦਾ ਟਾਈਮ ਆ ਗਿਆ। ਉਹਨਾਂ ਨੇ ਸੱਚਖੰਡ ਜਾਣਾ ਸੀ। ਸੰਗਤ ਕਹਿੰਦੀ ਮਹਾਰਾਜ ਕਿਰਪਾ ਕਰਕੇ ਦੱਸੋ ਤੁਸੀਂ ਹੁਣ ਇਹ ਆਪਦੀ ਗੱਦੀ ਕਿਹਨੂੰ ਦੇ ਕੇ ਜਾਓਗੇ? ਕਹਿੰਦੇ ਬੇਟਾ ਅਸੀਂ ਪੇਪਰ ਪਾਵਾਂਗੇ, ਜਿਹੜਾ ਸਾਡਾ ਸ਼ਿਸ਼ ਪੇਪਰ ਵਿੱਚੋਂ ਪਾਸ ਹੋ ਜਾਏਗਾ ਉਹਨੂੰ ਗੱਦੀ ਦੇ ਦੇਵਾਂਗੇ। ਉਹ ਕਹਿੰਦੇ ਕਿੱਦਾਂ ਤੁਸੀਂ ਪੇਪਰ ਪਾਓਗੇ? ਉਹਨਾਂ ਨੇ ਦੋਨੋਂ ਚੇਲਿਆਂ ਨੂੰ ਇੱਕ ਇੱਕ ਕਬੂਤਰ ਦਿੱਤਾ। ਕਹਿੰਦੇ ਆ ਲੈ ਬੇਟਾ, ਉੱਥੇ ਜਾ ਕੇ ਮਾਰ ਕੇ ਲੈ ਕੇ ਆਓ ਜਿੱਥੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ, ਜਿੱਥੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ ਉੱਥੇ ਮਾਰਿਓ। ਜਿਹੜਾ ਮਾਰ ਕੇ ਲੈ ਕੇ ਆਊਗਾ, ਜਿਹਨੂੰ ਕੋਈ ਦੇਖਦਾ ਨਹੀਂ ਹੋਵੇਗਾ, ਉਹਨੂੰ ਮੈਂ ਆਪਦੀ ਗੱਦੀ ਦਿਆਂਗਾ, ਮੈਂ ਆਪਣੀ ਗੱਦੀ ਉਹਨੂੰ ਦੇ ਦਿਆਂਗਾ। ਉਹ ਕਹਿਣ ਲੱਗੇ ਜੀ ਠੀਕ ਹੈ, ਬੜੀ ਚੰਗੀ ਗੱਲ ਹੈ, ਅਸੀਂ ਜਾਣੇ ਆ। ਇੱਕ ਸੇਵਕ ਗਿਆ, ਕੰਧ ਦੇ ਓਲੇ ਹੋਇਆ, ਇੱਧਰ ਉੱਧਰ ਦੇਖਿਆ ਕਿ ਮੈਨੂੰ ਕੋਈ ਵੀ ਨਹੀਂ ਦੇਖਦਾ। ਕਬੂਤਰ ਦੀ ਗਰਦਨ ਮਰੋੜਤੀ, ਮਾਰ ਦਿੱਤਾ, ਲਿਆ ਕੇ ਬਾਬੇ ਦੇ ਟੇਬਲ ਤੇ ਧਰਤਾ। ਲਓ ਮਹਾਰਾਜ, ਮੈਨੂੰ ਕਿਸੇ ਨੇ ਨਹੀਂ ਦੇਖਿਆ। ਜਦੋਂ ਮੈਂ ਕਬੂਤਰ ਮਾਰਿਆ ਕੋਈ ਨਹੀਂ ਸੀ ਦੇਖਦਾ, ਧਰਤਾ ਸੰਤਾਂ ਦੇ ਅੱਗੇ। ਜਿਹੜਾ ਦੂਜਾ ਸੇਵਕ ਸੀ ਉਹ ਸਾਧ ਸੰਗਤ ਜੀ ਕਦੇ ਕੰਧ ਓਲੇ ਜਾਂਦਾ, ਦੂਰ ਤੱਕ ਦੇਖਦਾ, ਮੈਨੂੰ ਆਹ ਦੇਖਦਾ ਹੋਏਗਾ, ਮੈਨੂੰ ਉਹ ਦੇਖਦਾ ਹੋਏਗਾ, ਐ ਇੱਧਰ ਉੱਧਰ ਦੇਖਦਾ ਹੈ।
ਫਿਰ ਵੀ ਉਹਨੂੰ ਲੱਗੀ ਜਾਂਦਾ ਹੈ ਕਿ ਮੈਨੂੰ ਜ਼ਰੂਰ ਕੋਈ ਨਾ ਕੋਈ ਦੇਖ ਰਿਹਾ ਹੈ। ਸਮਾਂ ਲੰਘਦਾ ਗਿਆ, ਜੰਗਲ ਵਿੱਚ ਚਲਿਆ ਗਿਆ। ਉੱਥੇ ਲੱਗਦਾ ਕਿ ਮੈਨੂੰ ਆ ਪੰਛੀ ਦੇਖ ਰਹੇ ਹਨ ਜੋ ਦਰਖਤਾਂ ਦੇ ਉੱਤੇ ਨੇ, ਉੱਥੇ ਵੀ ਨਾ ਮਾਰਿਆ। ਫਿਰ ਸਾਧ ਸੰਗਤ ਜੀ ਹਨੇਰੇ ਕਮਰੇ ਦੇ ਵਿੱਚ ਚਲਿਆ ਗਿਆ। ਉੱਥੇ ਕਹਿੰਦਾ ਜੀ ਹੋਰ ਨਹੀਂ ਕੋਈ ਦੇਖਦਾ, ਮੇਰੀਆਂ ਅੱਖਾਂ ਤਾਂ ਦੇਖਦੀਆਂ ਨੇ ਨਾ ਇਹਨੂੰ, ਮੈਂ ਨਹੀਂ ਇਹਨੂੰ ਮਾਰਨਾ। ਹੁਣ ਉਹਦੇ ਮਨ ਵਿੱਚ ਸੰਕਲਪ ਆਇਆ, ਉਹ ਮਨਾ ਆਪਾਂ ਨਹੀਂ ਇਹਨੂੰ ਮਾਰਨਾ, ਜੇ ਆਪਾਂ ਨੇ ਇਹਨੂੰ ਮਾਰ ਦਿੱਤਾ ਪਾਪ ਲੱਗੇਗਾ। ਆਪਾਂ ਗੱਦੀ ਕਰਕੇ ਮਾਰਨ ਲੱਗਿਆ ਨਾ ਇਹਨੂੰ, ਆਪਾਂ ਨੇ ਗੱਦੀ ਉਹ ਨਹੀਂ ਲੈਣੀ ਹੈ, ਜੋ ਮਰਜ਼ੀ ਹੋ ਜੇ, ਬਾਬੇ ਦੀ ਮਰਜ਼ੀ ਹੈ, ਗੱਦੀ ਦਵੇ ਦਵੇ ਦਵੇ, ਨਹੀਂ ਦੇਣੀ ਨਾ ਵੀ ਦਵੇ, ਆਪਾਂ ਤਾਂ ਸੇਵਾ ਹੀ ਕਰਨੀ ਹੈ। ਦੂਜਾ ਗੱਦੀ ਤੇ ਬੈਜੂ, ਆਪਾਂ ਉਹਦੀ ਸੇਵਾ ਕਰ ਲਿਆ ਕਰਾਂਗੇ, ਉਹਦੇ ਚਰਨ ਘੁੱਟ ਲਿਆ ਕਰਾਂਗੇ। ਇਸ ਤਰ੍ਹਾਂ ਨੇ ਮਨ ਵਿੱਚ ਸੰਕਲਪ ਲੈ ਲਿਆ ਕਿ ਆਪਾਂ ਮਾਰਨਾ ਹੀ ਨਹੀਂ ਹੈ। ਜਦੋਂ ਸਾਧ ਸੰਗਤ ਉਹਨੇ ਜਿਉਂਦਾ ਕਬੂਤਰ ਲਿਆ ਕੇ ਸੰਤਾਂ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ। ਸੰਤ ਕਹਿੰਦੇ ਬੇਟਾ ਇਹ ਤੂੰ ਕੀ ਕੀਤਾ? ਅਸੀਂ ਤਾਂ ਹੁਕਮ ਕੀਤਾ ਸੀ ਕਿ ਤੂੰ ਕਬੂਤਰ ਮਾਰ ਕੇ ਲੈ ਕੇ ਆਉਣਾ ਹੈ, ਔਰ ਆ ਤੂੰ ਤਾਂ ਜਿਉਂਦਾ ਹੀ ਸਾਡੇ ਅੱਗੇ ਲੈ ਆਇਆ, ਅਸੀਂ ਤੈਨੂੰ ਗੱਦੀ ਨਹੀਂ ਦੇਣੀ, ਦੇਖ ਲੈ ਤੇਰੀ ਮਰਜ਼ੀ ਹੈ, ਅਸੀਂ ਗੱਦੀ ਨਹੀਂ ਦੇਵਾਂਗੇ ਤੈਨੂੰ। ਉਹ ਕਹਿਣ ਲੱਗਿਆ ਮਹਾਰਾਜ ਆਪ ਜੀ ਦੇ ਚਰਨਾਂ ਦੇ ਵਿੱਚ ਮੇਰੀ ਬੇਨਤੀ ਹੈ, ਮੈਨੂੰ ਗੱਦੀ ਨਹੀਂ ਚਾਹੀਦੀ, ਪਰ ਮੇਰੇ ਤੋਂ ਕਬੂਤਰ ਮਰਿਆ ਨਹੀਂ ਹੈ। ਕਹਿੰਦੇ ਕਿਉਂ ਨਹੀਂ ਮਰਿਆ ਤੇ ਤੋਂ ਕਬੂਤਰ? ਕਹਿੰਦਾ ਜੀ ਜਿੱਥੇ ਵੀ ਜਾ ਕੇ ਮੈਂ ਕਬੂਤਰ ਮਾਰਨ ਲੱਗਦਾ, ਮੈਨੂੰ ਕਦੇ ਲੱਗਦਾ ਲੋਕ ਦੇਖਦੇ ਐ, ਕਦੇ ਲੱਗਦਾ ਪੰਛੀ ਦੇਖਦੇ ਐ। ਮੈਂ ਹਨੇਰੇ ਕਮਰੇ 'ਚ ਚਲਿਆ ਗਿਆ, ਉੱਥੇ ਜਾ ਕੇ ਮੈਨੂੰ ਲੱਗ ਰਿਹਾ ਸੀ ਇਹਨੂੰ ਮੇਰੀਆਂ ਅੱਖਾਂ ਦੇਖ ਰਹੀਆਂ ਨੇ। ਮਹਾਰਾਜ ਜੀ ਮੈਨੂੰ ਤੁਹਾਡੀ ਗੱਦੀ ਨਹੀਂ ਚਾਹੀਦੀ, ਗੱਦੀ ਤੁਸੀਂ ਇਹਨੂੰ ਦੇ ਦਿਓ, ਮੈਂ ਤਾਂ ਸੇਵਾ ਹੀ ਕਰਨੀ ਹੈ ਮਹਾਰਾਜ, ਮੈਂ ਇਹਦੀ ਸੇਵਾ ਕਰ ਲਿਆ ਕਰਾਂਗਾ, ਪਰ ਮੈਂ ਕਬੂਤਰ ਨਹੀਂ ਮਾਰ ਸਕਦਾ, ਮੈਨੂੰ ਮਾਫ ਕਰ ਦਿਓ। ਮਹਾਪੁਰਸ਼ਾਂ ਨੇ ਉੱਠ ਕੇ ਉਸ ਬਾਲਕੇ ਨੂੰ ਬੁੱਕਲ ਵਿੱਚ ਲੈ ਲਿਆ ਕਿ ਸ਼ਾਬਾਸ਼, ਤੈਨੂੰ ਹਰ ਥਾਂ ਤੇ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਨਜ਼ਰੀ ਆਉਂਦਾ ਹੈ, ਤੂੰ ਵਾਹਿਗੁਰੂ ਨੂੰ ਮਹਿਸੂਸ ਕਰਦਾ ਹੈ, ਤੈਨੂੰ ਤੇਰੀਆਂ ਅੱਖਾਂ ਵਿੱਚ, ਪੰਛੀਆਂ ਵਿੱਚ, ਦੁਨੀਆ ਵਿੱਚ ਵਾਹਿਗੁਰੂ ਦੀਂਦਾ ਹੈ। ਤੂੰ ਜੇ ਇੱਕ ਕਬੂਤਰ ਨੂੰ ਨਹੀਂ ਮਾਰ ਸਕਦਾ, ਤੂੰ ਮੈਨੂੰ ਵੀ ਨਹੀਂ ਮਾਰੇਗਾ, ਪਰ ਜਿਹੜੇ ਬੰਦੇ ਨੇ ਕੰਦੋਲੇ ਹੋ ਕੇ ਕਬੂਤਰ ਮਾਰਤਾ, ਇਹ ਬੰਦਾ ਮੈਨੂੰ ਵੀ ਰਾਤ ਨੂੰ ਸੁੱਤੇ ਪਏ ਨੂੰ ਮਾਰ ਸਕਦਾ ਹੈ। ਇਹ ਲੋਭੀ ਬੰਦੇ ਦੀ ਗੱਲ ਚੱਲਦੀ ਹੈ। ਇਹ ਬੰਦਾ ਜਿਹੜਾ ਕਬੂਤਰ ਨੂੰ ਮਾਰ ਸਕਦਾ ਮੈਨੂੰ ਵੀ, ਕਿਉਂਕਿ ਇਹਨੂੰ ਲੋਭ ਹੈ, ਇਹਨੂੰ ਲਾਲਚ ਹੈ ਕਿ ਬਾਬਾ ਕਦੋਂ ਮਰੇ, ਕਦੋਂ ਆਪ ਦੀ ਗੱਦੀ ਮੈਨੂੰ ਦੇ ਕੇ ਜਾਵੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਦ੍ਰਿੜੰਤ ਨਾਮੰ ਤਜੰਤ ਲੋਭੰ, ਤਜ ਦਿਓ, ਛੱਡ ਦਿਓ, ਇਹਨੂੰ ਇਗਨੋਰ ਕਰ ਦਿਓ। ਤਜੰਤ ਲੋਭੰ, ਲੋਭ ਨੂੰ ਛੱਡ ਦੇ ਭਾਈ ਜੇ ਕੁਛ ਪਾਉਣਾ ਚਾਹੁੰਦਾ। ਹੁਣ ਨਿਮਰਤਾ ਵਾਲੇ ਹਰੀ ਲਾਲ ਕ੍ਰਿਸ਼ਨ ਲਾਲ ਕਹਿੰਦੇ ਮਹਾਰਾਜ ਹੋਰ ਗਿਆਨ ਕਰਾਓ, ਮਨ ਬੜਾ ਸ਼ਾਂਤ ਹੋ ਰਿਹਾ ਹੈ, ਬੜੀ ਕਿਰਪਾ ਤੁਸੀਂ ਕਰ ਰਹੇ ਹੋ ਸਾਡੇ ਤੇ, ਹੋਰ ਕਿਰਪਾ ਕਰੋ। ਮਹਾਰਾਜ ਕਹਿੰਦੇ ਸਰਣ ਸੰਤੰ ਕਿਲ ਬਿਖਨਾਸ਼ੰ ਪ੍ਰਾਪਤੰ ਧਰਮ ਲਖਿਅਨ। ਕਹਿੰਦੇ ਦੇਖੋ ਭਾਈ ਤੁਹਾਡੇ ਤੇ ਕਿਰਪਾ ਹੋ ਰਹੀ ਹੈ, ਤੁਹਾਡੇ ਤੇ ਰਹਿਮਤ ਹੋ ਰਹੀ ਹੈ, ਅਸੀਂ ਤੁਹਾਨੂੰ ਇਹ ਗਿਆਨ ਕਰਵਾ ਰਹੇ ਹਾਂ ਕਿ ਆ ਦੇਖੋ ਭਾਈ ਸਰਣ ਸੰਤੰ, ਸੰਤਾਂ ਦੀ ਸੰਗਤ ਵਿੱਚ ਜਾਓ। ਸੰਤ ਕਿਹਨੂੰ ਕਹੀਦਾ? ਸ਼ਾਂਤ ਆਤਮਾ, ਜਿਹੜਾ ਆਪ ਸ਼ਾਂਤ ਹੈ। ਸਾਧੂ ਕਿਹਨੂੰ ਕਹੀਦਾ? ਜਿਹਨੇ ਆਪਣੇ 9 ਦੁਆਰਿਆਂ ਨੂੰ ਸਾਧ ਲਿਆ, 9 ਦੁਆਰੇ ਸਾਧ ਕੇ ਸਾਧੂ ਬਣ ਗਿਆ, ਜਿਹਨੇ ਸਾਧਨਾ ਕੀਤੀ, ਅਭਿਆਸ ਕੀਤਾ, ਮੈਡੀਟੇਸ਼ਨ ਕੀਤੀ ਹੈ, ਜਿਹੜਾ ਪਰਮੇਸ਼ਰ ਦੇ ਨਾਲ ਅਭੇਦ ਹੋ ਗਿਆ ਹੈ। ਸਾਧੂ ਜਨ, ਸੰਤ ਜਨ, ਮਹਾਪੁਰਸ਼ ਕਹਿੰਦੇ ਸੰਤਾਂ ਦੀ ਸ਼ਰਨ ਵਿੱਚ ਚਲਿਆ ਜਾ। ਸ਼ਰਨ ਸੰਤੰ, ਸੰਤਾਂ ਦੀ ਸੰਗਤ ਵਿੱਚ ਜਾ ਕੇ ਮਿਲੇਗਾ ਕਿ ਕਿਲ ਵਿਖ ਨਾਸ਼ੰ, ਕਿਲ ਵਿਖ ਪੁਰਾਣੀਆਂ ਜਨਮਾਂ ਜਨਮੰਤਰਾਂ ਦੇ ਪਾਪ ਨਾਸ਼ ਹੋ ਜਾਣਗੇ। ਪੁਰਾਣੇ ਪਾਪ ਕਰਮ ਤੇਰੇ ਨਾਲ, ਕਿਉਂਕਿ ਇੱਕ ਜਨਮ ਦੇ ਨਹੀਂ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਾਹੋ, ਕਾਲਾ ਹੋਇਆ ਪਿਆ। ਇੰਨੇ ਪਾਪ, ਇਹਦੇ ਪਾਪ ਕਰਮਾਂ ਵਾਲੇ ਜਨਮ ਇਹਦੇ ਲੰਘੇ ਨੇ। ਮਹਾਰਾਜ ਅਸੀਂ ਪਿਛਲੇ ਜਨਮਾਂ 'ਚ ਕੀ ਕੁਛ ਬਣਦੇ ਆ ਰਹੇ ਹਾਂ। ਸਤਿਗੁਰੂ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ, ਕਈ ਇੱਕ ਨਹੀਂ, ਜਿਵੇਂ ਆਪਾਂ ਕਹਿ ਦਈਏ ਇੱਕ ਵਾਰੀ ਕੁੱਤਾ ਬਣਿਆ, ਇੱਕ ਵਾਰੀ ਗਧਾ ਬਣਿਆ, ਇੱਕ ਵਾਰੀ ਕੀੜੀ ਬਣਿਆ, ਇੱਕ ਵਾਰੀ ਮੱਕੜੀ, ਇੱਕ ਵਾਰੀ ਨਹੀਂ,
ਸਤਿਗੁਰੂ ਲਿਖਦੇ ਨੇ ਕਈ ਜਨਮ। ਹੁਣ ਕੀੜੀ ਕਿਹੜਾ ਇੱਕ ਕਿਸਮ ਦੀ ਹੈ? ਇੱਕ ਮੋਟੀ ਜੀ ਕੀੜੀ ਹੈ, ਇੱਕ ਪਤਲੀ ਕੀੜੀ, ਇੱਕ ਭੂਰੀ ਕੀੜੀ ਹੈ, ਇੱਕ ਕੀੜਾ ਹੈ। ਆਪਾਂ ਨੂੰ ਚਾਰ ਦਾ ਤਾਂ ਆਪਾਂ ਨਹੀਂ ਪਤਾ ਲੱਗ ਗਿਆ। ਸਾਇੰਸਦਾਨਾਂ ਨੂੰ ਪੁੱਛੀਏ ਕਿ ਦੇਖੋ ਜੀ ਕੀੜੀਆਂ, ਉਹ ਕਹਿਣਗੇ ਜੀ 100 ਕਿਸਮ ਦੀ ਹੈ। ਮੱਝਾਂ ਗਾਵਾਂ ਕਿਤੇ ਇੱਕ ਕਿਸਮ ਦੀਆਂ ਨੇ ਭਾਈ। ਮਹਾਰਾਜ ਦੱਸ ਰਹੇ ਨੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾਜ ਮੀਨ ਕੁਰੰਗਾ। ਗਜ ਮੈਨੇ ਹਾਥੀ, ਮੀਨ ਮੈਨੇ ਮੱਛੀ, ਕੁਰੰਗਾ ਮੈਨੇ ਹਿਰਨ। ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਕਈ ਜਨਮ ਕਹਿੰਦੇ ਤੁਸੀਂ ਪੰਛੀ ਤੇ ਸੱਪ ਬਣੇ। ਸੱਪ ਤਾਂ ਸਾਧ ਸੰਗਤ ਜੇ ਇੱਕ ਵਾਰੀ ਬਣ ਗਏ ਨਾ, ਲੱਖ ਨਾਗਾਂ ਕਰੋੜ ਕਾਗਾਂ। ਸੱਪ ਦੀ ਉਮਰ ਲੱਖ ਲੱਖ ਸਾਲ ਦੀ ਹੈ। ਜੇ ਲੱਖ ਸਾਲ ਤੇ ਜਾ ਕੇ ਨਾ ਮਰਿਆ ਤਾਂ ਇੱਛਾਧਾਰੀ ਨਾਗ ਬਣ ਜਾਂਦਾ ਹੈ। ਫਿਰ ਉਹ ਆਪਣੀ ਮਰਜ਼ੀ ਦੇ ਨਾਲ ਇਨਸਾਨਾਂ ਦਾ ਰੂਪ ਧਾਰਨ ਕਰ ਸਕਦਾ, ਡੰਗਰਾਂ ਪਸ਼ੂਆਂ ਦਾ ਰੂਪ ਧਾਰਨ ਕਰ ਸਕਦਾ ਹੈ। ਇਸ ਕਰਕੇ ਇਹ ਨਾ ਹੀ ਬਣੀਏ, ਮੁਕਤੀ ਹੋ ਜੇ। ਮੁਕਤੀ ਤਾਹੋ ਗੁਰਮੰਤਰ ਖੇਣਸੇ, ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣੈ ਕੂਕਰੈ ਸੂਕਰੈ ਸਰਪਨੈ ਕੂਕਰੈ ਸੂਕਰੈ ਗਰਦਵੈ ਤਾਕੈ ਸਰਪਨੈ ਤੁਲਖ ਲੈ। ਕਹਿੰਦੇ ਜੇ ਗੁਰੂ ਦੇ ਮੰਤਰ ਤੋਂ ਹੀਣੇ ਰਹਿ ਗਏ, ਗੁਰੂ ਦੇ ਸ਼ਬਦ ਦਾ ਅਭਿਆਸ ਨਾ ਕੀਤਾ, ਕਾਮਾਂ ਕੁੱਤਿਆਂ ਤੇ ਗਧਿਆਂ ਦੇ ਜੂਨੀ ਪੈਣਗੇ ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਵੱਡੇ ਮਹਾਰਾਜ ਜੀ ਕਹਿੰਦੇ ਹੁੰਦੇ ਸੀ। ਇਸ ਕਰਕੇ ਮਹਾਰਾਜ ਕਹਿ ਰਹੇ ਹਨ ਕਿ ਭਾਈ ਸਰਣ ਸੰਤੰ ਕਿਲ ਬਿਖ ਨਾਸ਼ੰ। ਜੇ ਤੁਸੀਂ ਸਾਧੂ ਜਨਾਂ ਦੀ ਸੰਗਤ ਵਿੱਚ ਆ ਜਾਓਗੇ, ਉਹ ਤੁਹਾਨੂੰ ਅਤਿਅੰਤ ਵੱਡਾ ਗਿਆਨ ਕਰਾਉਂਦੇ ਰਹਿਣਗੇ। ਪ੍ਰੇਮਾ ਭਗਤੀ ਵਾਲਾ ਗਿਆਨ, ਪਾਪ ਕਰਮਾਂ ਨੂੰ ਨਸ਼ਟ ਕਰਨ ਵਾਲਾ ਗਿਆਨ ਕਰਾਉਂਦੇ ਰਹਿਣਗੇ। ਐਸੀ ਕਿਰਪਾ ਕਰ ਦੇਣਗੇ, ਤੁਹਾਡੇ ਕਰਮ ਬਦਲੀ ਕਰ ਦੇਣਗੇ। ਕਈ ਕਹਿੰਦੇ ਨੇ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਕਈ ਕਹਿੰਦੇ ਨੇ ਲੇਖ ਨਹੀਂ ਮਿਟਦੇ ਹੁੰਦੇ। ਜੇ ਅਸੀਂ ਨਾ ਜਿੰਨਾ ਮਰਜ਼ੀ ਪ੍ਰਯਾਸ ਕਰ ਲਈਏ, ਮਿਹਨਤ ਕਰ ਲਈਏ, ਲੇਖ ਮਿਟਦਾ ਹੀ ਨਹੀਂ ਹੈਗਾ। ਅੱਜ ਸਕੇਤ ਮੰਡੀ ਦਾ ਰਾਜਾ ਸਤਿਗੁਰਾਂ ਦੀ ਸੰਗਤ ਵਿੱਚ ਆ ਗਿਆ। ਜਦੋਂ ਸੰਗਤ ਵਿੱਚ ਆਇਆ, ਕਈ ਦਿਨ ਹੋ ਗਏ ਰਹਿੰਦੇ ਨੂੰ, ਇੱਕ ਸਿੱਖ ਬਾਣੀ ਪੜ੍ਹਦਾ ਪੜ੍ਹਦਾ ਕਹਿੰਦਾ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਕੋਲ ਆ ਕੇ ਕਹਿੰਦਾ ਦੁਬਾਰਾ ਪੜ੍ਹਿਓ। ਕਹਿੰਦਾ ਜੀ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਆ ਲੇਖ ਮਿਟਦੇ ਨਹੀਂ ਜੋ ਕਰਤਾਰ ਪਰਮੇਸ਼ਰ ਨੇ ਲਿਖ ਕੇ ਭੇਜ ਦਿੱਤਾ ਸਾਨੂੰ ਸੰਸਾਰ ਤੇ। ਮਨ 'ਚ ਸ਼ੰਕਾ ਆ ਗਈ। ਸ਼ੰਕਾ ਤਾਂ ਸਾਡੇ ਮਿੰਟੋ ਮਿੰਟ ਹੀ ਆ ਜਾਂਦੀ ਹੈ। ਸ਼ਰਧਾ ਨਹੀਂ ਬਣਦੀ, ਸ਼ੰਕਾ ਬਥੇਰੀ ਬਣ ਜਾਂਦੀ ਸਾਡੇ ਮਨ ਵਿੱਚ। ਅਸੀਂ ਦੱਸ ਰਹੇ ਹਾਂ ਸਰਣ ਸੰਤੰ ਕਿਲ ਵਿਖ ਨਾਸ਼ੰ। ਕਿਲ ਵਿਖ ਪਾਪ ਕਰਮਾਂ ਦਾ ਨਾਸ਼ ਕਿਵੇਂ ਹੋ ਜਾਂਦਾ ਹੈ ਸੰਤਾਂ ਦੀ ਸੰਗਤ ਵਿੱਚ ਆ ਕੇ, ਇਹਦਾ ਮੈਂ ਐਕਸਪਲੇਨੇਸ਼ਨ ਦੇ ਰਿਹਾ ਤੁਹਾਨੂੰ। ਜਦੋਂ ਅਸੀਂ ਗੁਰੂ ਕੀ ਕਨਗਰੀਗੇਸ਼ਨ ਵਿੱਚ ਆ ਜਾਂਦੇ ਹਾਂ, ਕਿਵੇਂ ਕਿਵੇਂ ਸਾਡੇ ਨਿਸ਼ਿੱਧ ਕਰਮ, ਪਾਪ ਕਰਮ, ਵਿਸ਼ੇ ਰਸ, ਕਿਵੇਂ ਸਾਡੇ ਸਿਨਸ ਖਤਮ ਹੋ ਜਾਂਦੇ ਹਨ। ਹੁਣ ਜਦੋਂ ਉਹਦੇ ਮਨ 'ਚ ਸ਼ੰਕਾ ਆ ਗਿਆ, ਐ ਮਨਾ ਫਿਰ ਗੁਰੂਆਂ ਦੀ ਸੰਗਤ ਕਰਨ ਦਾ ਫਾਇਦਾ ਕੀ ਜੇ ਪਾਪ ਹੀ ਨਹੀਂ ਕੱਟੇ ਜਾਣੇ, ਲੇਖ ਹੀ ਨਹੀਂ ਕੱਟੇ ਜਾਣੇ। ਜਿਵੇਂ ਹੁਣ ਮੰਨ ਲਓ ਆਪਾਂ ਤੁਹਾਡੀ ਪ੍ਰੋਬਲਮ ਵਾਸਤੇ ਇੱਥੇ ਆ ਗਏ, ਜੇ ਤੁਹਾਡੀ ਪ੍ਰੋਬਲਮ ਨਹੀਂ ਕੱਟੀ ਜਾਣੀ ਫਿਰ ਬਾਣੀ ਪੜ੍ਹਨ ਦਾ ਕੀ ਫਾਇਦਾ। ਆਪਣੇ ਮਨ 'ਚ ਸਵਾਲ ਆਉਂਦੇ ਨਾ। ਪ੍ਰੋਬਲਮ ਕੱਟੀ ਜਾਵੇਗੀ, ਪੂਰਨ ਵਿਸ਼ਵਾਸ ਹੈ, ਫੁੱਲੀ ਕੌਨਫੀਡੈਂਸ ਹੈ। ਇਸ ਕਰਕੇ ਆਈ ਗੋ ਟੂ ਦਾ ਡੀਪ ਮੈਡੀਟੇਸ਼ਨ, ਆਈ ਮੈਮਰਾਈਜ਼ ਗੁਰਬਾਣੀ। ਅਸੀਂ ਤਾਂ ਹੀ ਤਾਂ ਗੁਰਬਾਣੀ ਵੱਲ ਧਿਆਨ ਦੇ ਰਹੇ ਹਾਂ ਕਿ ਜੇ ਸਾਤੋਂ ਪ੍ਰਯਾਸ ਕਰਦੇ ਹਾਂ, ਸਾਡਾ ਕਰਮ ਸ਼ੁੱਧ ਨਹੀਂ ਕੀਤਾ ਜਾ ਰਿਹਾ, ਅਸੀਂ ਗੁਰਾਂ ਦਾ ਆਸਰਾ ਲੈ ਲਈਏ, ਗੁਰਾਂ ਦੀ ਕਿਰਪਾ ਦੇ ਪਾਤਰ ਬਣ ਜਾਈਏ। ਐਵੇਂ ਕਿਵੇਂ ਹੋਇਆ? ਉਹਨੇ ਸੋਚਿਆ ਮੈਂ ਗੁਰੂ ਮਹਾਰਾਜ ਕੋਲ ਜਾ ਕੇ ਬੇਨਤੀ ਕਰਾਂ। ਸਕੇਤ ਮੰਡੀ ਦੇ ਰਾਜੇ ਨੇ ਮਨ ਬਣਾ ਲਿਆ ਕਿ ਮੈਂ ਸਤਿਗੁਰਾਂ ਕੋਲ ਜਾ ਕੇ ਬੇਨਤੀ ਕਰਾਂ। ਮਹਾਰਾਜ ਜੇ ਲੇਖ ਹੀ ਨਹੀਂ ਮਿਟਣੇ, ਸੰਗਤ ਕਰਨ ਦਾ ਕੀ ਫਾਇਦਾ। ਸਤਿਗੁਰੂ ਸਜੇ ਹੋਏ ਸਨ ਸੰਗਤਾਂ ਦੇ ਵਿੱਚ। ਇਹਨੇ ਜਾ ਕੇ ਸਵਾਲ ਕਰ ਦਿੱਤਾ, ਮਹਾਰਾਜ ਮੈਂ ਉਹ ਸਿੱਖ ਬਾਣੀ ਪੜ੍ਹਦਾ ਦੇਖ ਕੇ ਆਇਆ, ਉਹ ਕਹਿੰਦਾ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਮਹਾਰਾਜ ਲੇਖ ਨਹੀਂ ਮਿਟਣਾ ਫਿਰ ਤੁਹਾਡੀ ਸੰਗਤ ਕਰਨ ਦਾ ਕੀ ਫਾਇਦਾ। ਲੇਖ ਮਿਟ ਜਾਂਦੇ ਐ ਕਿ ਨਹੀਂ ਮਿਟਦੇ, ਕਿਰਪਾ ਕਰਕੇ ਦੱਸੋ। ਸਤਿਗੁਰੂ ਕਹਿੰਦੇ ਲੇਖ ਮਿਟ ਜਾਂਦੇ ਆ ਭਾਈ ਰਾਜਨਾ। ਲੇਖ ਕਿਵੇਂ ਨਾ ਮਿਟਣ? ਉਗਰਸੈਨ ਸ਼ਾਇਦ ਉਹਦਾ ਨਾਮ ਸੀ।
ਉਗਰਸੈਨ ਕਹਿੰਦਾ ਮਹਾਰਾਜ ਮਿਟਾ ਕੇ ਦਿਖਾਓ ਕਿਵੇਂ ਲੇਖ ਮਿਟਦੇ ਐ। ਕਹਿੰਦੇ ਬਚਨਾਂ ਦੇ ਨਾਲ ਹੀ ਮੰਨ ਜਾਏਗਾ ਕਿ ਪ੍ਰੈਕਟੀਕਲੀ ਤੈਨੂੰ ਜਵਾਬ ਦਈਏ। ਜੇ ਤੈਨੂੰ ਇਸ ਤਰ੍ਹਾਂ ਬਚਨ ਹੀ ਦੱਸ ਦਈਏ, ਬਚਨ ਹੀ ਸੁਣਾ ਦਈਏ, ਇਸ ਤਰ੍ਹਾਂ ਪ੍ਰਤੀਤ ਆ ਜਾਏਗੀ ਤੈਨੂੰ ਕਿ ਤੈਨੂੰ ਪ੍ਰੈਕਟੀਕਲੀ ਕਰਕੇ ਦਿਖਾਈਏ। ਕਹਿੰਦਾ ਜੀ ਪ੍ਰੈਕਟੀਕਲੀ ਦਿਖਾਓ। ਬਚਨ ਤਾਂ ਤੁਸੀਂ ਕਰਦੇ ਅਸੀਂ ਸੁਣਦੇ ਹੀ ਰਹਿੰਦੇ ਆ। ਤੁਸੀਂ ਕਰਮ, ਮਾੜੇ ਕਰਮ, ਨਿਸ਼ਿੱਧ ਕਰਮ, ਕਿਲਵਿਖ ਨਾਸ਼ ਕਰਕੇ ਦਿਖਾਓ, ਮੈਨੂੰ ਪ੍ਰੈਕਟੀਕਲੀ ਕਰਕੇ ਦਿਖਾਓ। ਜ਼ਮਾਨਾ ਹੀ ਐਸਾ ਆ ਗਿਆ ਭਾਈ, ਇਹ 'ਚ ਪ੍ਰੈਕਟੀਕਲੀ ਕਰਨਾ ਪੈਂਦਾ, ਹੱਥ ਤੇ ਸਰੋਂ ਜਮਾਉਣੀ ਪੈਂਦੀ ਤਾਂ ਦੁਨੀਆ ਮੰਨਦੀ ਹੈ। ਨਹੀਂ ਤਾਂ ਅਗਲੇ ਕਹਿੰਦੇ ਅਸੀਂ ਤਾਂ ਜੀ ਮੰਨਦੇ ਨਹੀਂ ਹੁੰਦੇ ਸੰਤਾਂ ਨੂੰ। ਜੇ ਸਾਧ ਸੰਗਤ ਜੀ ਵੈਸੀ ਮੰਨਦੇ ਹੁੰਦੇ ਫਿਰ ਗੱਲ ਹੋਰ ਸੀ, ਪਰ ਜਦੋਂ ਹੁਣ ਉਹਨੇ ਕਿਹਾ ਕਿ ਮੈਂ ਪ੍ਰੈਕਟੀਕਲੀ, ਸਤਿਗੁਰੂ ਕਹਿੰਦੇ ਜਾ ਕੇ ਸੌਂ ਜਾ, ਜਦ ਸਵੇਰੇ ਉੱਠੇਗਾ ਨਾ ਤੈਨੂੰ ਪ੍ਰੈਕਟੀਕਲੀ ਦਿਖਾਵਾਂਗੇ। ਚਲਿਆ ਗਿਆ ਸਾਧ ਸੰਗਤ ਆਪਦੇ ਕਕਸ਼ ਦੇ ਵਿੱਚ ਜਾ ਕੇ, ਆਪਦੇ ਬੈਡਰੂਮ ਦੇ ਵਿੱਚ ਜਾ ਕੇ ਆਰਾਮ ਕਰਨ ਲੱਗਿਆ। ਜਦੋਂ ਸੌਂ ਗਿਆ, ਗੋ ਟੂ ਦਾ ਡ੍ਰੀਮ, ਸੁਪਨੇ ਵਿੱਚ ਚਲਿਆ ਗਿਆ। ਸੁਪਨੇ ਵਿੱਚ ਜਾ ਕੇ ਕੀ ਦੇਖਦਾ ਹੈ? ਸੁਪਨਾ ਸ਼ੁਰੂ ਹੋਇਆ ਕਿ ਰਾਜਾ ਮਰ ਗਿਆ, ਬਹੁਤ ਗਰੀਬ ਘਰ ਦੇ ਵਿੱਚ, ਚੂੜਿਆਂ ਦੇ ਘਰ ਦੇ ਵਿੱਚ ਪੈਦਾ ਹੋ ਗਿਆ। ਜਦੋਂ ਪੈਦਾ ਹੋਇਆ, ਮੈਲੇ ਗੰਦੇ ਸੜੇ ਹੋਏ ਕੱਪੜੇ ਪਾਏ ਨੇ, ਜੰਗਲ ਦੇ ਵਿੱਚ ਝੁੱਗੀ ਜੀ ਬਣਾਈ, ਉੱਥੇ ਰਹਿੰਦਾ। 5-4 ਜਵਾਕ ਆਏ ਨਾਲ ਨਾਲ ਤੁਰੇ ਫਿਰਦੇ, ਝੋਲਾ ਹੱਥ 'ਚ ਫੜਿਆ ਹੋਇਆ। ਇੱਕ ਦਰਖਤ ਤੇ ਚੜ ਗਿਆ। ਉਹ ਦਰਖਤ ਦਾ ਨਾਮ ਹੈ ਪੀਲੂ। ਉਹ ਦਰਖਤ ਦੇ ਉੱਤੇ ਚੜ ਗਿਆ। ਉਹ ਤੋਂ ਨਾਲੇ ਤਾਂ ਆਪ ਪੀਲੂ ਤੋੜ ਤੋੜ ਖਾਈ ਜਾਂਦਾ ਹੈ, ਨਾਲੇ ਵੇਚਣ ਵਾਸਤੇ ਤੋੜ ਤੋੜ ਕੇ ਝੋਲੇ 'ਚ ਪਾਈ ਜਾਂਦਾ ਹੈ ਕਿ ਮੈਂ ਉੱਥੇ ਜਾ ਕੇ ਸਟਾਲ ਲਾਵਾਂਗਾ, ਉੱਥੇ ਵੇਚਾਂਗਾ। ਔਰ ਨਾਲੇ 5-7 ਤੋੜ ਲੈਂਦਾ, ਨੀਚੇ ਜਵਾਕਾਂ ਵੱਲ ਨੂੰ ਸੁੱਟ ਦਿੰਦਾ ਹੈ ਵੀ ਤੁਸੀਂ ਵੀ ਖਾ ਲਓ ਨਾਲ ਨਾਲ। ਤੋੜਦਿਆਂ ਖਾਂਦਿਆਂ ਉਹਦਾ ਪੈਰ ਤਿਲਕ ਗਿਆ ਟਾਹਣੀ ਤੋਂ। ਜਦੋਂ ਪੈਰ ਤਿਲਕਿਆ, ਨੀਚੇ ਡਿੱਗ ਗਿਆ। ਸਖਤ ਚੀਜ਼ ਪਈ ਸੀ, ਭਾਵ ਕਹਿ ਲਓ ਇੱਟ ਪਈ ਸੀ, ਉਹਦਾ ਸਿਰ ਇੱਟ ਤੇ ਵੱਜਿਆ, ਉਹਦੀ ਮ੍ਰਿਤਿੂ ਹੋ ਗਈ। ਜਦੋਂ ਮ੍ਰਿਤਿੂ ਨੂੰ ਪ੍ਰਾਪਤ ਸੁਪਨਾ ਆ ਰਿਹਾ ਹੈ, ਉਸ ਨੂੰ ਸੁਪਨੇ ਦੇ ਵਿੱਚ ਰਾਜਾ ਉਗਰਸੈਨ, ਸਕੇਤ ਮੰਡੀ ਦਾ ਰਾਜਾ, ਸੁਪਨੇ ਦੇ ਵਿੱਚ ਜਦੋਂ ਉਹ ਮ੍ਰਿਤਿੂ ਨੂੰ ਪ੍ਰਾਪਤ ਹੋ ਗਿਆ, ਸਾਰਾ ਪਰਿਵਾਰ ਹੁੰਦਾ ਕਰਲਾਉਂਦਾ ਹੈ, ਉਹਨੂੰ ਚੁੱਕਿਆ, ਕਬਰ ਖੋਦੀ, ਉਹਦੇ 'ਚ ਦੱਬ ਦਿੱਤਾ। ਬਸ ਆਪੋ ਆਪਣੇ ਕੰਮਾਂ ਕਾਰਾਂ ਤੇ ਲੱਗ ਗਏ। ਜਦੋਂ ਆਪੋ ਆਪਣੇ ਕੰਮਾਂ ਤੇ ਲੱਗ ਗਏ, ਇਹ ਰਾਜੇ ਦੀ ਅੱਖ ਖੁੱਲ ਗਈ। ਬੜਾ ਡਰਿਆ ਹੋਇਆ, ਕਹਿੰਦਾ ਕਮਾਲ ਹੋ ਗਈ, ਮੈਂ ਤਾਂ ਰਾਜਾ ਹੀ ਹਾਂ, ਮੈਨੂੰ ਤਾਂ ਪੂਰਨ ਤੌਰ ਤੇ ਵਿਸ਼ਵਾਸ ਹੋ ਗਿਆ ਸੀ ਕਿ ਮੈਂ ਸੱਚੀ ਮੁੱਚੀ ਮਰ ਗਿਆ। ਉਹ ਤਾਂ ਮੇਰਾ ਡ੍ਰੀਮ ਸੀ, ਪਰ ਮੈਂ ਤਾਂ ਜਿਉਂਦਾ ਹਾਂ। ਚਲੋ ਦਾਤਨ ਕੁਰਲਾ ਕਰਦੇ ਆ। ਡਰ ਬਹੁਤ ਲੱਗਦਾ, ਹੁਣ ਨੀਂਦ ਨਹੀਂ ਆਉਣੀ, ਕਿਤੇ ਉੱਥੋਂ ਸੁਪਨਾ ਦੁਬਾਰਾ ਹੀ ਨਾ ਸ਼ੁਰੂ ਹੋ ਜਾਏ। ਕਈਆਂ ਨੂੰ ਉੱਥੋਂ ਹੀ ਸ਼ੁਰੂ ਹੁੰਦੇ ਨੇ ਸੁਪਨੇ, ਜਦੋਂ ਪੈਂਦੇ ਨੇ ਜਿੱਥੋਂ ਅੱਖ ਖੁੱਲਦੀ ਉੱਥੋਂ ਹੀ ਸ਼ੁਰੂ ਹੋ ਜਾਂਦਾ, ਪਰ ਦਿਨੇ ਯਾਦ ਨਹੀਂ ਰਹਿੰਦਾ ਉਹਨਾਂ ਦੇ। ਇਹਨੇ ਜੀ ਜਦੋਂ ਇਹ ਦਾਤਨ ਕੁਰਲਾ ਕਰਨ ਲੱਗਿਆ, ਜਦੋਂ ਸਵਾਰ ਕੇ ਦੰਦ ਸਾਫ਼ ਕਰਦਾ, ਜਿਹੜੇ ਪੀਲੂ ਰਾਤ ਇਹਨੇ ਸੁਪਨੇ 'ਚ ਖਾਦੇ ਸੀ, ਉਹਨਾਂ ਦੇ ਬੀ ਨਿਕਲਦੇ ਨੇ ਇਹਦੀਆਂ ਜਾੜਾਂ 'ਚੋਂ। ਜਦੋਂ ਇਹ ਜਾੜਾਂ ਸਾਫ਼ ਕਰਦਾ, ਬੀ ਨਿਕਲ ਰਹੇ ਹਨ। ਡਰ ਗਿਆ ਬਹੁਤ ਜ਼ਿਆਦਾ, ਭੈ ਭੀਤ ਹੋ ਗਿਆ। ਸੋਚਦਾ ਕਿ ਕੱਲ ਖਾਣੇ ਵਿੱਚ ਮੈਂ ਪੀਲੂ ਤਾਂ ਨਹੀਂ ਖਾਦੇ, ਇਹ ਤਾਂ ਸੁਪਨੇ 'ਚ ਖਾਦੇ ਸੀ, ਤੇ ਜਾੜਾਂ ਦੇ ਵਿੱਚੋਂ ਕਿਵੇਂ ਨਿਕਲਦੇ ਨੇ। ਡਰ ਗਿਆ, ਇੱਕਦਮ ਤਿਆਰ ਹੋਇਆ, ਸਤਿਗੁਰਾਂ ਦੇ ਦਰਬਾਰ ਵੱਲ ਨੂੰ ਚੱਲ ਪਿਆ। ਸਤਿਗੁਰਾਂ ਨੂੰ ਪੁੱਛਦੇ ਕਿ ਭਾਣਾ ਵਰਤ ਗਿਆ। ਸਤਿਗੁਰਾਂ ਨੂੰ ਜਾ ਕੇ ਜਦੋਂ ਕਹਿਣ ਲੱਗਿਆ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਬਖਸ਼ਿਸ਼ ਕਰੋ ਮਹਾਰਾਜ, ਸਮਝ ਨਹੀਂ ਆਉਂਦੀ ਗੱਲ ਦੀ, ਇਹ ਕਿਵੇਂ ਭਾਣਾ ਵਰਤ ਗਿਆ। ਮੈਂ ਤਾਂ ਸੱਚੇ ਪਾਤਸ਼ਾਹ ਜੀ ਕਿਤੇ ਦੂਰ ਨੇੜੇ ਗਿਆ ਵੀ ਨਹੀਂ, ਕਿਤੇ ਜਾ ਕੇ ਪੀਲੂ ਨਹੀਂ ਖਾਦੇ, ਮੇਰੇ ਨਾਲ ਇਸ ਤਰ੍ਹਾਂ ਦਾ ਵਿਰਤਾਂਤ ਕਿਉਂ ਹੋਇਆ। ਇਹ ਪੁੱਛਣ ਵਾਸਤੇ ਜਦੋਂ ਸਤਿਗੁਰਾਂ ਦੇ ਦਰਬਾਰ ਵੱਲ ਨੂੰ ਤੁਰਿਆ ਜਾ ਰਿਹਾ ਹੈ, ਸਾਧ ਸੰਗਤ ਜੀ ਸਤਿਗੁਰੂ ਦਰਬਾਰ ਤੋਂ ਬਾਹਰ ਆ ਗਏ। ਸਤਿਗੁਰੂ ਕਹਿੰਦੇ ਰਾਜਨ ਚੱਲ ਆਪਾਂ ਸ਼ਿਕਾਰ ਖੇਡਣ ਵਾਸਤੇ ਚੱਲਦੇ ਹਾਂ। ਹੁਣ ਕਹਿ ਰਿਹਾ ਹੈ ਕਿ ਮੈਂ ਤਾਂ ਜੀ ਸਵਾਲ ਕਰਨ ਆਇਆ ਕਿ ਮੈਂ ਰਾਤ ਪੀਲੂ ਖਾਦੇ ਨਹੀਂ, ਸੁਪਨੇ 'ਚ ਖਾਦੇ ਸਨ, ਤੇ ਜਾੜਾਂ 'ਚੋਂ ਬੀ ਨਿਕਲਦੇ ਨੇ, ਕਿਉਂ? ਇਹ ਬੇਨਤੀ ਕਰਨ ਵਾਸਤੇ ਆਇਆ ਹਾਂ। ਸਾਧ ਸੰਗਤ ਇਸ ਤਰ੍ਹਾਂ ਦਾ ਸੰਕਲਪ ਲੈ ਕੇ ਜਦੋਂ ਬੇਨਤੀ ਕਰਨੀ ਚਾਹੁੰਦਾ ਹੈ, ਸਤਿਗੁਰਾਂ ਨੇ ਬੇਨਤੀ ਸੁਣੀ ਨਾ। ਸਤਿਗੁਰੂ ਨਾਲ ਲੈ ਕੇ ਤੁਰ ਪਏ ਨੂੰ।
ਜਦੋਂ ਜੰਗਲ ਚ ਨੂੰ ਗਏ, ਕਹਿੰਦੇ ਰਾਜਨ ਆਓ ਹਿਰਨ ਜਾਂਦਾ ਹੈ, ਦੇਖਦੇ ਹਿਰਨ ਨੂੰ ਤੂੰ ਪਕੜੇਂਗਾ, ਸ਼ਿਕਾਰ ਕਰੇਂਗਾ ਜਾਂ ਅਸੀਂ ਕਰੀਏ। ਇੱਕਦਮ ਘੋੜੇ ਦੌੜਾ ਲਏ ਤੇ ਸਤਿਗੁਰਾਂ ਨੇ ਤਾਂ ਘੋੜਾ ਰੋਕ ਲਿਆ ਤੇ ਰਾਜਾ ਘੋੜਾ ਦੌੜਾ ਕੇ ਸ਼ਿਕਾਰ ਦੇ ਪਿੱਛੇ ਪਿੱਛੇ ਜਾ ਰਿਹਾ ਹੈ। ਜਦੋਂ ਅੱਗੇ ਨਿਕਲ ਗਏ, ਸ਼ਿਕਾਰ ਤਾਂ ਹੱਥੋਂ ਨਿਕਲ ਗਿਆ, ਦਰਖਤਾਂ ਤੋਂ ਪੀਲੂ ਤੋੜ ਤੋੜ ਕੇ ਵੇਚਦਾ ਹੁੰਦਾ ਸੀ। ਸਾਧ ਸੰਗਤ ਉਹੀ ਅੱਗੇ ਦਰਖਤ ਆ ਰਹੇ ਹਨ, ਉਹੀ ਦਰਖਤ ਜਿਨ੍ਹਾਂ ਦੇ ਉੱਤੇ ਇਉਂ ਲੱਗਦਾ ਕਿ ਇਹ ਤਾਂ ਰਾਤ ਸੁਪਨੇ 'ਚ ਮੈਨੂੰ ਦਿਖ ਰਹੇ ਸੀ, ਇਹ ਸੱਚਮੁੱਚ ਕਿੱਥੋਂ ਆ ਗਏ। ਅੱਗੇ ਜਾ ਰਿਹਾ ਹੈ, ਜਾਂਦਿਆਂ 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 ਉਹ ਦਰਖਤ ਆ ਗਿਆ ਜਿਹੜੇ ਦਰਖਤ ਤੋਂ ਪੀਲੂ ਤੋੜ ਕੇ ਖਾਦੇ ਸੀ, ਜਵਾਕਾਂ ਨੂੰ ਦਿੱਤੇ ਸੀ, ਝੋਲਾ ਭਰਦਾ ਸੀ, ਜੀ ਤੋਂ ਡਿੱਗ ਕੇ ਮਰਿਆ ਸੀ। ਇਹ ਕੀ ਹੈ, ਇਹ ਸੋਚਦਾ ਹੈ। ਸੋਚਦਾ ਸੋਚਦਾ ਸਾਧ ਸੰਗਤ ਜੀ ਅੱਖ ਲੱਗ ਗਈ, ਸੌਂ ਗਿਆ। ਉਹ ਜਿਨ੍ਹਾਂ ਨੇ ਕੱਲ ਦਫਨਾਇਆ ਸੀ ਆ ਗਏ, ਉਹਦੀ ਘਰਵਾਲੀ ਆ ਗਈ, ਉਹਦੇ ਬੱਚੇ ਆ ਗਏ। ਉਹ ਜਿਨ੍ਹਾਂ ਨੇ ਦਫਨਾਇਆ ਸੀ ਉਹ ਸਾਰੇ ਪ੍ਰੇਮੀ ਆ ਗਏ। ਆ ਕੇ ਕਹਿਣ ਲੱਗੇ, ਉਹ ਛਜੂਆ ਸੀ ਸਕੇਤ ਮੰਡੀ ਦਾ ਰਾਜਾ, ਸਕੇਤ ਮੰਡੀ ਦਾ ਰਾਜਾ ਉਗਰਸੈਨ। ਮੋਢੇ ਤੇ ਹੱਥ ਮਾਰ ਕੇ ਕਹਿੰਦੇ, ਉਹ ਛਜੂਆ ਇੱਥੇ ਬੈਠਾ, ਕੱਲ ਤਾਂ ਤੂੰ ਮਰ ਗਿਆ ਸੀ, ਬੜੇ ਮਹਿੰਗੇ ਕੱਪੜੇ ਪਾਈ ਫਿਰਦਾ ਹੈ। ਓਹੋ ਹੁਣ ਕੀ ਕਰੇ ਵਿਚਾਰਾ, ਇੱਕ ਪਾਸੇ ਰਾਜਾ, ਇੱਕ ਪਾਸੇ ਛੱਜੂ ਝਿਓਰ, ਅੰਤਾਂ ਦਾ ਕਨਫਿਊਜ਼ ਹੈ। ਕਹਿੰਦਾ ਜੀ ਮੈਂ ਰਾਜਾ। ਉਹ ਕਹਿੰਦੇ ਮੈਨੂੰ ਲੱਗਦਾ ਤੇਰੇ ਕੱਲ ਸਿਰ 'ਚ ਸੱਟ ਲੱਗੀ ਸੀ ਤੇ ਤੂੰ ਬਾਵਲਾ ਜਿਹਾ ਹੋ ਗਿਆ, ਤੂੰ ਤਾਂ ਸਾਡਾ ਛੱਜੂ ਹੈ, ਇੰਨੇ ਮਹਿੰਗੇ ਕੱਪੜੇ ਕਿੱਥੋਂ ਪਾਇਆ ਆ, ਚੱਲ ਉੱਠ, ਐਸੀ ਦਰਖਤ ਤੋਂ ਡਿੱਗਿਆ ਸੀ ਤੂੰ, ਚੱਲ ਉੱਠ। ਆ ਦੇਖ ਤੇਰੀ ਘਰਵਾਲੀ ਰੋਂਦੀ, ਆ ਤੇਰੇ ਜਵਾਕ ਰੋਂਦੇ, ਅਸੀਂ ਸਾਰੇ ਵੈਰਾਗੀ ਸਾਂ ਕਿ ਤੂੰ ਮਰ ਗਿਆ, ਚੜ੍ਹਾਈ ਕਰ ਗਿਆ, ਚੱਲ ਵਧੀਆ ਹੋ ਗਿਆ ਤੂੰ ਵਾਪਸ ਆ ਗਿਆ, ਚੱਲ ਉੱਠ ਆਪਾਂ ਦਰਖਤਾਂ ਤੋਂ ਫਲ ਤੋੜੀਏ। ਕਹਿੰਦਾ ਕਮਾਲ ਹੋ ਗਈ, ਮੈਂ ਰਾਜਾ। ਉਹ ਕਹਿੰਦੇ ਸਾਨੂੰ ਪਤਾ ਤੇਰੇ ਸਿਰ 'ਚ ਸੱਟ ਲੱਗੀ ਹੋਊਗੀ, ਤੂੰ ਤਾਂ ਕਰਕੇ ਐ ਬਹਿਕੀ ਬਹਿਕੀ ਬਾतें ਕਰ ਰਿਹਾ ਹੈ, ਚੱਲ ਉੱਠ ਚਲੀਏ। ਉਹ ਕਹਿੰਦਾ ਜੀ ਨਹੀਂ ਮੈਂ ਰਾਜਾ। ਹੁਣ ਮਨ ਦੇ ਵਿੱਚ ਅਰਦਾਸਾਂ ਕਰਦਾ, ਇਹ ਕਹਿੰਦੇ ਛੱਜੂ ਹੈ, ਮੈਂ ਸਕੇਤ ਮੰਡੀ ਦਾ ਰਾਜਾ। ਸਤਿਗੁਰੂ ਕਹਿੰਦੇ ਭਾਈ ਕੌਣ ਹੈ ਇਹ? ਕਹਿੰਦੇ ਮਹਾਰਾਜ ਮੱਥਾ ਟੇਕਦੇ ਆ, ਇਹ ਸਾਡਾ ਛੱਜੂ, ਇਹ ਸਾਡਾ ਛੱਜੂ ਹੈ ਮਹਾਰਾਜ, ਕੱਲ ਚੜ੍ਹਾਈ ਕਰ ਗਿਆ ਸੀ, ਅੱਜ ਫੇਰ ਨਵੇਂ ਕੱਪੜੇ ਪਾ ਕੇ ਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਨੂੰ ਤਾਂ ਛੱਜੂ ਲੱਗਦਾ ਨਹੀਂ, ਇਹ ਤਰਫਦਾਰੀ ਨਾ ਕਰੋ, ਇਹ ਸਾਡਾ ਛੱਜੂ ਹੀ ਹੈ। ਸੱਚੇ ਪਾਤਸ਼ਾਹ ਕਹਿੰਦੇ ਫਿਰ ਤੁਸੀਂ ਰੱਖ ਲਓ ਭਾਈ, ਇਹ ਤੁਹਾਡਾ ਛੱਜੂ ਹੈ। ਹਾੜੇ ਕੱਢਦਾ ਰਾਜਾ, ਕਹਿੰਦਾ ਨਾ ਮਹਾਰਾਜ ਮੈਨੂੰ ਛੱਡ ਕੇ ਨਾ ਜਾਇਓ, ਮੈਨੂੰ ਨਾਲ ਹੀ ਲੈ ਕੇ ਜਾਇਓ, ਜੇ ਇਹਨਾਂ ਨੇ ਮੈਨੂੰ ਰੱਖ ਲਿਆ ਮੈਨੂੰ ਦਰਖਤਾਂ ਤੇ ਚਾੜ ਦੇਣਾ ਮਹਾਰਾਜ, ਫਿਰ ਮੈਂ ਕੀ ਕਰੂੰਗਾ ਇੱਥੇ। ਸੱਚੇ ਪਾਤਸ਼ਾਹ ਕਹਿੰਦੇ ਐਂ ਕਰੋ, ਜਿੱਥੇ ਨਾ ਤੁਹਾਡਾ ਛੱਜੂ ਦਫਨਾਇਆ ਸੀ ਤੁਸੀਂ ਕਬਰ ਪੱਟ ਕੇ ਦੇਖੋ, ਜੇ ਤਾਂ ਕਬਰ ਦੇ ਵਿੱਚੋਂ ਛੱਜੂ ਨਿਕਲ ਆਇਆ ਫਿਰ ਇਹ ਸਾਡਾ ਰਾਜਾ ਸਕੇਤ ਮੰਡੀ ਦਾ, ਜੇ ਨਾ ਨਿਕਲਿਆ ਇਹਨੂੰ ਰੱਖ ਲਿਓ ਆਪਦੇ ਕੋਲੇ। ਕਹਿੰਦਾ ਮਹਾਰਾਜ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਕਿਉਂ ਤੁਸੀਂ ਕਬਰਾਂ ਪਟਵਾ ਰਹੇ ਹੋ? ਕਬਰ ਨਹੀਂ ਪੱਟੀ ਦੀ ਹੁੰਦੀ ਮਹਾਰਾਜ, ਰਹਿਣ ਦਿਓ ਸੱਚੇ ਪਾਤਸ਼ਾਹ, ਕਬਰ ਨਾ ਪਟਵਾਓ। ਮਹਾਰਾਜ ਕਹਿੰਦੇ ਕਿਉਂ ਨਾ ਕਬਰ ਪਟਵਾਈਏ? ਪਰੇ ਨੂੰ ਲਿਜਾ ਕੇ ਕਹਿੰਦਾ ਮਹਾਰਾਜ ਜੇ ਕਬਰ ਦੇ ਵਿੱਚੋਂ ਛੱਜੂ ਨਾ ਨਿਕਲਿਆ ਫੇਰ? ਕਹਿੰਦੇ ਤੂੰ ਕਿਵੇਂ ਕਹਿ ਸਕਦਾ ਇਹ ਗੱਲ ਵੀ ਉਹਦੇ ਚੋਂ ਛੱਜੂ ਨਿਕਲਣਾ ਨਹੀਂ? ਕਹਿੰਦਾ ਮਹਾਰਾਜ ਨਹੀਂ, ਮੇਰਾ ਮਨ ਨਹੀਂ ਮੰਨਦਾ ਵੀ ਉਹਦੇ ਵਿੱਚੋਂ ਨਿਕਲੂਗਾ। ਮਹਾਰਾਜ ਮੈਨੂੰ ਤਾਂ ਐਂ ਲੱਗਦਾ ਵੀ ਆਪਾਂ ਇੱਥੋਂ ਚੱਲੀਏ ਛੇਤੀ ਛੇਤੀ। ਸਤਿਗੁਰੂ ਕਹਿੰਦੇ ਕਬਰ ਪੱਟੋ ਭਾਈ। ਕਬਰ ਪੱਟਣ ਲਾਤਾ ਉਹਨਾਂ ਨੂੰ, ਉਹਨਾਂ ਨੇ ਕਬਰ ਪੱਟੀ, ਉਹਦੇ ਵਿੱਚੋਂ ਲਾਸ਼ ਨਿਕਲ ਆਈ। ਸਾਧ ਸੰਗਤ ਹੁਣ ਹੋਰ ਆਉਂਦਾ ਹੈ, ਇਸ ਕਰਕੇ ਤੇਰਾ ਜਿਹੜਾ ਅਗਲਾ ਜਨਮ ਹੈ ਨਾ, ਜੇ ਤੂੰ ਸੰਗਤ ਵਿੱਚ ਨਾ ਆਉਂਦਾ ਹੁੰਦਾ, ਚੂੜਿਆਂ ਦੇ ਘਰ ਦਾ, ਝਿਓਰਾਂ ਦੇ ਘਰ ਦਾ ਤੇਰਾ ਜਨਮ ਹੋਣਾ ਸੀ। ਅਗਲਾ ਜਨਮ ਉਹ ਤੇਰੇ ਬੱਚੇ ਹੋਣੇ ਸੀ, ਜੰਗਲ ਦੇ ਵਿੱਚ ਤੈ ਰਹਿਣਾ ਸੀ, ਝੁੱਗੀਆਂ ਝੌਂਪੜੀਆਂ ਪਾ ਕਰਕੇ ਦਰਖਤਾਂ ਤੋਂ ਫਲ ਫਰੂਟ ਤੋੜ ਕੇ ਵੇਚਿਆ ਕਰਨੇ ਸੀ, ਉਹਦੇ ਨਾਲ ਗੁਜ਼ਾਰਾ ਕਰਨਾ ਸੀ। ਤੂੰ ਸੰਗਤ ਕੀਤੀ ਹੈ ਗੁਰੂ ਨਾਨਕ ਦੇਵ ਜੀਆਂ ਦੇ ਦਰ ਘਰ ਦੀ, ਸੰਗਤ ਕਰਨ ਕਰਕੇ ਤੇਰਾ 60 ਸਾਲ ਦਾ ਜਨਮ 40 ਮਿੰਟ ਦੇ ਸੁਪਨੇ 'ਚ ਖਤਮ ਕਰ ਦਿੱਤਾ। ਨਹੀਂ ਤੈਨੂੰ ਭੋਗਣਾ ਪੈਣਾ ਸੀ, ਕਿਉਂਕਿ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਹ ਭੋਗਣਾ ਹੀ ਪੈਂਦਾ ਹੈ। ਉਹ ਬਜ਼ੁਰਗ ਕਹਿੰਦੇ ਨਹੀਂ ਸੀ ਹੁੰਦੇ, ਭੋਗ ਲੈ ਮਨਾ ਚ ਲਿਖੀਆਂ ਲੇਖ ਦੀਆਂ। ਬੇਬੇ ਕਹਿੰਦੀ ਹੁੰਦੀ ਸੀ, ਕਹਿੰਦੀ ਲੇਖ ਜਾਣਗੇ ਨਾਲੇ ਤੁਰ ਜਾ ਭਾਵੇਂ ਬਰਮਾ ਨੂੰ।
ਇਹ ਨਾਲ ਹੀ ਜਾਂਦੇ ਨੇ। ਪਰ ਜਦੋਂ ਅਸੀਂ ਗੁਰੂਆਂ ਦੀ ਸੰਗਤ ਕਰਦੇ ਹਾਂ ਫਿਰ ਸਾਧ ਸੰਗਤ ਜੀ ਲੇਖ ਮੇਟੇ ਵੀ ਜਾ ਸਕਦੇ ਹਨ, ਕੱਟੇ ਵੀ ਜਾ ਸਕਦੇ ਹਨ। ਇੱਕ ਪਾਸੇ ਦੁਨੀ ਚੰਦ ਹੈ, ਸਤਿਗੁਰਾਂ ਦੇ ਕੋਲ ਬੈਠਾ ਹੈ, ਆਨੰਦਗੜ੍ਹ ਦਾ ਕਿਲਾ ਹੈ। ਮਹਾਰਾਜ ਸ਼ਰਾਬ ਪਿਲਾ ਕੇ ਮਦਮਸਤ ਕਰਕੇ ਸਿਰ ਤੇ 7 ਤਵੀਆਂ ਬੰਨ ਕੇ ਇੱਧਰ ਨੂੰ ਭੇਜ ਰਹੇ ਨੇ ਕਿ ਆਨੰਦਗੜ੍ਹ ਦੇ ਕਿਲੇ ਦਾ ਜੋ ਮੇਨ ਦੁਆਰ, ਮੇਨ ਗੇਟ ਹੈ, ਤੋੜਿਆ ਜਾਵੇ। ਮਹਾਰਾਜ ਹੁਣ ਹਾਥੀ ਨੂੰ ਕੌਣ ਰੋਕੇਗਾ? ਸੱਚੇ ਪਾਤਸ਼ਾਹ ਕਹਿ ਰਹੇ ਨੇ ਆਦੇ ਹਾਥੀ ਬੈਠਾ। ਦੁਨੀ ਚੰਦ ਬੈਠਾ ਸੀ, ਇੱਕ ਟਾਈਮ ਦੀਆਂ 11 ਰੋਟੀਆਂ ਖਾਂਦਾ ਹੁੰਦਾ ਸੀ, ਇੱਕ ਦਿਨ ਦੇ ਵਿੱਚ 5 ਵਾਰੀ ਰੋਟੀ ਖਾਂਦਾ ਹੁੰਦਾ ਸੀ। ਇੱਕ ਟਾਈਮ ਦੀਆਂ 11 ਰੋਟੀਆਂ, ਗੱਲ ਤੇ ਬੋਲ ਰਿਹਾ ਹਜੇ। ਕਹਿੰਦੇ ਅੱਛਾ ਮਹਾਰਾਜ 7 ਵਚਨ ਹੈ ਜੀ, ਜੇ ਇਹ ਲੜੇਗਾ ਹਾਥੀ ਦੇ ਨਾਲ। ਹੁਣ ਜਦੋਂ ਰਾਤ ਹੋਈ ਨਾ, ਰਾਤ ਨੂੰ ਦੁਨੀ ਚੰਦ ਕਹਿੰਦਾ ਸਿੱਖ ਮੇਰੇ ਤੇ ਲੱਗਦੇ ਨੇ, ਮੇਰਾ ਪ੍ਰਸ਼ਾਦਾ ਜਰਿਆ ਨਹੀਂ ਜਾਂਦਾ ਇਹਨਾਂ ਤੋਂ, ਤਾਂ ਮੈਨੂੰ ਹਾਥੀ ਨਾਲ ਲੜਾ ਕੇ ਮਾਰਨ ਨੂੰ ਫਿਰਦੇ ਨੇ। ਹਾਥੀ ਨਾਲ ਕੋਈ ਬੰਦਾ ਵੀ ਲੜ ਸਕਦਾ ਹੁੰਦਾ ਕਿਤੇ? ਉਹਨੇ ਪੈਰ ਧਰ ਦਿੱਤਾ ਮੇਰੇ ਤੇ, ਮੈਂ ਤਾਂ ਉਦੋਂ ਮਰ ਜਾਊਂਗਾ। ਕੰਧ ਤੋਂ ਦੀ ਰੱਸਾ ਸੁੱਟਿਆ, ਜਦੋਂ ਇਧਰੋਂ ਚੜ ਕੇ ਉਧਰਲੇ ਪਾਸੇ ਉਤਰਨ ਲੱਗਿਆ, ਭਾਰ ਜ਼ਿਆਦਾ ਸੀ, ਰੱਸਾ ਟੁੱਟ ਗਿਆ। ਰੱਸਾ ਟੁੱਟ ਗਿਆ, ਡਿਗਣ ਸਾਰ ਲੱਤ ਪਾਸੇ ਤਾਂ ਜੰਗਲ ਸੀ, ਸੱਪ ਲੜ ਗਿਆ, ਉੱਥੇ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਸੱਚੇ ਪਾਤਸ਼ਾਹ ਕਹਿੰਦੇ ਲਿਆਓ ਵੀ ਦਿਨ ਚੜ ਗਿਆ, ਐਂ ਕਰੋ ਸਾਡੇ ਹਾਥੀ ਨੂੰ ਲੈ ਕੇ ਆਓ, ਹਾਥੀ ਦੇ ਨਾਲ ਲੜਾਈਏ। ਕਹਿੰਦੇ ਮਹਾਰਾਜ ਰੱਸਾ ਲਟਕਦਾ ਪਰਲੇ ਪਾਸੇ, ਪਰੇ ਉਹਦੀ ਲਾਸ਼ ਪਈ ਹੈ, ਮਰਿਆ ਪਿਆ। ਕਹਿੰਦੇ ਅੱਛਾ ਭਾਈ ਸਾਥ ਛੱਡ ਗਿਆ, ਅਸੀਂ ਤਾਂ ਇਹਦੇ ਲੇਖ, ਇਹਦੇ ਕਰਮ ਬਦਲਣੇ ਚਾਹੁੰਦੇ ਸਾਂ। ਇਹਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਬਾਦ ਵਰਤਣਾ, ਉਹਦੇ ਤੇ ਜਾਓ। ਇਹਦਾ ਨਾਮ ਸੁਨਹਿਰੀ ਅੱਖਰਾਂ ਦੇ ਨਾਲ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਵੇਗਾ। ਸਿਰ ਤੇ ਹੱਥ ਰੱਖ ਕੇ ਕਹਿੰਦੇ ਉਹ ਦੀਂਦਾ ਤੈਨੂੰ ਹਾਥੀ? ਢਾਡੀ ਸਿੰਘ ਦੱਸਦੇ ਨੇ, ਕਹਿੰਦੇ ਉਹ ਕਹਿੰਦਾ ਹਾਥੀ ਕਿੱਥੇ ਹੈ ਮਹਾਰਾਜ? ਮੈਨੂੰ ਤਾਂ ਕਟਰੂ ਜਿਹਾ ਦਿਖਦਾ। ਏਡਾ ਵੱਡਾ ਹਾਥੀ, ਉਹਨੂੰ ਇੱਕ ਕਟਰੂ ਸਮਾਨ ਕੱਟੇ ਬੱਛੇ ਤਰ੍ਹਾਂ ਲੱਗ ਰਿਹਾ ਸੀ। ਕਹਿੰਦੇ ਜਾ ਕੇ ਫਿਰ ਉਸ ਸਾਧ ਸੰਗਤ ਜੀ ਦੁਆਰ ਖੋਲਿਆ ਗਿਆ। ਜਦੋਂ ਬਾਹਰ ਨਿਕਲੇ ਮਦਮਸਤ ਹੋਇਆ ਹਾਥੀ, ਜਿਹਦੇ ਸਿਰ ਦੇ ਉੱਤੇ 7 ਤਵੇ ਬੰਨੇ ਹੋਏ ਸਨ, ਧੂ ਨਾਗਣੀ ਖਿੱਚ ਕੇ ਹਾਥੀ ਦੇ ਮਾਰੀ। ਜਦੋਂ ਨਾਗਣੀ ਮੱਥੇ ਦੇ ਵਿੱਚ ਮਾਰੀ, 7 ਤਵਿਆਂ ਨੂੰ ਚੀਰ ਕੇ ਹਾਥੀ ਦੇ ਮੱਥੇ ਦੇ ਵਿੱਚ ਵੜ ਗਈ। ਜਿਹੜਾ ਹਾਥੀ ਦੁਆਰ ਭੰਨਣ ਆਇਆ ਸੀ, ਗੇਟ ਮੇਨ ਦੁਆਰ ਭੰਨਣ ਵਾਸਤੇ ਆਇਆ ਸੀ, ਸਿੰਘਾਂ ਨੂੰ ਖਤਮ ਕਰਨ ਆਇਆ ਸੀ, ਪਿੱਛੇ ਨੂੰ ਲੜਾਉਣਾ ਤਾਂ ਗੁਰੂ ਗੋਬਿੰਦ ਸਿੰਘ ਦੀ ਸ਼ਕਤੀ ਨੇ ਸੀ, ਸਤਿਗੁਰਾਂ ਦੀ ਪਾਵਰ ਨੇ ਲੜਾਉਣਾ ਸੀ। ਬਚਿੱਤਰ ਸਿੰਘ ਘਰਾ ਆਪ ਲੜਿਆ, ਬਚਿੱਤਰ ਸਿੰਘ ਨੂੰ ਥਾਪੜਾ ਦੇ ਕੇ ਜੰਗ ਦੇ ਮੈਦਾਨ 'ਚ ਤੋਰਿਆ। ਸ਼ਕਤੀਆਂ ਤਾਂ ਸਤਿਗੁਰਾਂ ਦੀਆਂ ਵਰਤੀਆਂ, ਮਾਣ ਸਤਿਕਾਰ ਸਿੱਖ ਨੂੰ ਮਿਲ ਗਿਆ। ਸੋ ਇਸ ਕਰਕੇ ਅਸੀਂ ਬਚਨ ਕਰ ਰਹੇ ਸਾਂ, ਸਰਣ ਸੰਤੰ ਕਿਲ ਵਿਖਨਾਸੰ ਪ੍ਰਾਪਤੰ ਧਰਮ ਲਖਿਅਨ। ਸੰਤਾਂ ਦੀ ਸੰਗਤ ਵਿੱਚ ਜਾ ਕੇ ਕਿਲ ਵਿਖ, ਪਾਪ ਕਰਮਾਂ ਦਾ ਨਾਸ਼ ਹੋ ਜਾਂਦਾ ਹੈ। ਪ੍ਰਾਪਤੰ ਧਰਮ ਲਖਿਅਨ, ਧਰਮ ਦੇ ਲੱਛਣ ਸਾਨੂੰ ਪ੍ਰਾਪਤ ਹੋ ਜਾਂਦੇ ਹਨ। ਧਰਮ ਦੇ ਐਸੇ ਲੱਛਣ, ਜਿਹੜੇ ਧਰਮ ਦੇ ਲੱਛਣਾਂ ਦੇ ਉੱਤੇ ਚੱਲ ਕਰਕੇ ਸਾਧ ਸੰਗਤ ਜੀ ਸਾਡਾ ਸੰਸਾਰ ਤੇ ਆਇਆ ਸਫਲਾ ਹੁੰਦਾ ਹੈ। ਧਰਮ ਦੇ ਲੱਛਣ ਜਿਹੜੇ ਹਨ, ਪ੍ਰਾਪਤੰ ਧਰਮ ਲਖਿਅਨ, ਧਰਮ ਦੇ ਲੱਛਣ ਹਨ। ਜੇ ਆਪਾਂ ਨਾ ਪੜ੍ਹਦੇ ਹਾਂ ਸਾਰ ਕਿਤਾਬ ਲਈ, ਤਾਂ ਉਹਦੇ ਵਿੱਚ ਉਹ ਸਾਰਾ ਜ਼ਿਕਰ ਆਉਂਦਾ ਹੈ। ਖਿਮਾ ਅਹਿੰਸਾ ਦਇਆ ਮ੍ਰਿਦ ਸਤ ਵਚਨ ਤਪਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਕਹਿੰਦੇ ਦੇਖੋ ਭਾਈ, ਖਿਮਾ ਅਹਿੰਸਾ ਦਇਆ ਮ੍ਰਿਦ, ਇਹ ਸਾਰੇ ਗੁਣ ਸਾਧੂਆਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੇ ਹਨ। ਜਿਉਂ-ਜਿਉਂ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਨਾਮ ਦਾ ਅਭਿਆਸ ਕਰਦੇ ਰਹੋਗੇ, ਤਿਉਂ-ਤਿਉਂ ਤੁਹਾਨੂੰ ਧਰਮ ਦੇ ਲੱਛਣ, ਧਰਮ ਦੇ ਰੂਲ ਐਂਡ ਰੈਗੂਲੇਸ਼ਨਸ ਪੂਰਨ ਤੌਰ ਤੇ ਪ੍ਰਾਪਤ ਹੁੰਦੇ ਰਹਿਣਗੇ। ਸੰਤਾਂ ਦੀ ਸੰਗਤ ਵਿੱਚ ਕੌਣ ਜਾਂਦਾ ਹੈ? ਮਾਰੇ ਕਹਿੰਦੇ ਜਿਹਦੇ ਤੇ ਅਕਾਲ ਪੁਰਖ ਅਤਿਅੰਤ ਦਿਆਲੂ ਹੋ ਜਾਂਦੇ ਹਨ, ਕਿਰਪਾ ਕਰਦੇ, ਰਹਿਮਤ ਬਖਸ਼ਿਸ਼ ਕਰਦੇ ਹਨ, ਉਹ ਸੰਤਾਂ ਦੀ ਸੰਗਤ ਵਿੱਚ ਜਾਂਦਾ ਹੈ। 255 ਨੰਬਰ ਅੰਗ ਤੇ ਬਾਣੀ ਹੈ, ਟਹਿਲ ਮਹਿਲ ਤਾ ਕੋ ਮਿਲੇ ਜਾ ਕੋ ਸਾਧ ਕਿਰਪਾਲ। ਸਾਧ ਕੇ ਵਾਜੇ ਦੀਆਂ ਸੁਰਾਂ ਤੇ ਪਾਵਨ ਪਵਿੱਤਰ ਉਂਗਲਾਂ ਰੱਖੀਆਂ, ਜਦੋਂ ਸਾਧ ਸੰਗਤ ਜੀ ਸ਼ਾਨ ਬਜਾਈ, ਸਾਰੀ ਸੰਗਤ ਸ਼ਾਂਤ ਹੋ ਗਈ, ਕਿਸੇ ਦੀ ਸਾਹ ਦੀ ਆਵਾਜ਼ ਵੀ ਨਹੀਂ ਆਉਂਦੀ।
ਜਦੋਂ ਮਹਾਰਾਜ ਜੀ ਦੀਵਾਨ ਵਿੱਚ ਆਏ, ਉਹ ਆਪ ਕਹਿੰਦਾ ਇਹ ਬਾਬਾ ਤਾਂ ਮੈਨੂੰ ਆਪਦੀ ਗੱਡੀ 'ਚ ਲੈ ਕੇ ਆਇਆ ਸੀ, ਇਹਦੀ ਉਹ ਨਿੰਦਿਆ ਕਰ ਰਿਹਾ ਸਾਂ ਮੈਂ। ਹੁਣ ਪੁੱਛਦਾ ਇਹ ਬਾਬਾ ਕੌਣ ਹੈ? ਉਹ ਦੱਸਦੇ ਨੇ ਜਿਹਦੇ ਪੋਸਟਰ ਵੰਡਦਾ ਫਿਰਦਾ ਹੈ, ਇਹ ਉਹੀ ਮਹਾਪੁਰਸ਼ ਨੇ, ਇਹ ਉਹੀ ਨੇ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ, ਜਿਨ੍ਹਾਂ ਦੇ ਤੂੰ ਪੋਸਟਰ ਲਾਉਂਦਾ ਫਿਰਦਾ ਹੈ। ਫਿਰ ਬਹਿ ਗਿਆ। ਜਦੋਂ 1.5 ਘੰਟਾ ਦੀਵਾਨ ਸੁਣਿਆ ਮਹਾਰਾਜ ਦਾ, ਫਿਰ ਅੱਖਾਂ 'ਚੋਂ ਬਰਾਗ ਦਾ ਜਲ ਥੰਮਿਆ ਨਹੀਂ ਥੰਮਦਾ, ਰੁਕਦਾ ਨਹੀਂ ਹੈ। ਅੰਤਾਂ ਦਾ ਵੈਰਾਗ। ਜਦੋਂ ਮਹਾਰਾਜ ਦੀਵਾਨ ਲਾ ਕੇ ਆ ਗਏ, ਹੁਣ ਪੈਰ ਉੱਠਦਾ, ਜੁੱਤੀਆਂ ਪੈ ਗਈਆਂ, ਜੋੜੇ ਪਾ ਲਏ ਪੈਰਾਂ 'ਚ, ਜਦੀ ਕੰਨ ਜਿਹਾ ਝਾੜ ਕੇ ਸਾਰਾ ਗਿਆਨ ਉੱਥੇ ਛੱਡ ਜਾਂਦੇ ਨੇ, ਨਾਲ ਨਹੀਂ ਲੈ ਕੇ ਜਾਂਦੇ। ਇਧਰਲੇ ਕੰਨ 'ਚੋਂ ਦੀ ਪਾਈ ਜਾਂਦੇ ਨੇ, ਉਧਰਲੇ ਕੰਨ 'ਚ ਦੀ ਕੱਢੀ ਜਾਂਦੇ, ਦਿਮਾਗ 'ਚ ਨਹੀਂ ਲੈ ਕੇ ਜਾਂਦੇ। ਸਾਰੇ ਦਾ ਸਾਰਾ ਗਿਆਨ ਇਧਰੋਂ ਪਾਪਾ, ਜਿਵੇਂ ਭੂਕਣੇ 'ਚ ਫੂਕ ਮਾਰਦੇ ਹੁੰਨੇ ਆਪਾਂ, ਇਧਰੋਂ ਫੂਕ ਮਾਰੀ ਉਧਰ ਨਿਕਲ ਗਈ, ਵਿੱਚ ਤਾਂ ਕੁਛ ਨਹੀਂ ਰਹੇਗਾ, ਖਾਲੀ ਦਾ ਖਾਲੀ ਹੈ। ਇੰਨੇ ਬਚਨਾਂ ਦੇ ਵਿੱਚੋਂ ਜੇ ਇੱਕ ਵੀ ਬਚਨ ਹਿਰਦੇ 'ਚ ਵਸ ਜਾਏ, ਸਾਡਾ ਤਾਂ ਪਾਰ ਉਤਾਰਾ ਹੋ ਜਾਊਗਾ, ਪਰ ਨਹੀਂ ਵਸਦਾ। ਕਹਿੰਦੇ ਸੰਸਾਰੀ ਲੋਕ ਸੁਣਦੇ ਬਹੁਤ ਨੇ, ਪਰ ਪੁੱਠੇ ਰਸਤੇ ਤੇ ਬਹੁਤਾ ਚੱਲਦੇ ਨੇ। ਹੁਣ ਤੁਸੀਂ ਦੇਖੋ, ਟੀਵੀ ਦੇਖਣ ਵਾਲੇ, ਫਿਲਮਾਂ ਦੇਖਣ ਵਾਲੇ ਇੱਕ ਵਾਰੀ ਦੇਖ ਕੇ ਸਾਰੀ ਯਾਦ ਕਰ ਲੈਂਦੇ ਨੇ। ਅਸੀਂ ਤੁਹਾਨੂੰ ਹੁਣ ਘੰਟਾ ਹੋ ਗਿਆ ਪ੍ਰਵਚਨ ਸੁਣਾਉਂਦਿਆਂ ਨੂੰ, ਜੇ ਹੁਣ ਮੈਂ ਤੁਹਾਨੂੰ ਪੁੱਛਾਂ ਵੀ ਜਿਹੜੇ ਰਾਜੇ ਨੂੰ ਸੁਪਨਾ ਆਇਆ ਸੀ ਉਹਦਾ ਨਾਮ ਦੱਸੋ, ਤੁਹਾਡੇ ਸਾਰਿਆਂ 'ਚੋਂ ਇੱਕ ਜਾਣਾ ਵੀ ਨਹੀਂ ਦੱਸ ਸਕਦਾ ਉਹਦਾ ਨਾਮ ਕੀ ਸੀ। ਸਕੇਤ ਮੰਡੀ ਦੇ ਰਾਜੇ ਦਾ ਨਾਮ ਕੀ ਸੀ? ਉਗਰਸੈਨ ਸੀ ਉਹਦਾ ਨਾਮ। ਛੱਜੂ ਤਾਂ ਮਰ ਗਿਆ ਸੀ ਵਿਚਾਰਾ, ਉਹ ਤਾਂ ਸੁਪਨੇ 'ਚ ਸੀ। ਕਹਿਣ ਤੋਂ ਭਾਵ ਕਿ ਫਿਲਮ ਸਾਰੀ ਦੀ ਸਾਰੀ ਯਾਦ, ਸੀਰੀਅਲ ਸਾਰੇ ਦੇ ਸਾਰੇ ਯਾਦ। ਪੁਰਖ ਸਾਰੀ ਸ੍ਰਿਸ਼ਟੀ ਬਣਾਉਣ ਵਾਲਾ ਉਹ ਆਪ ਹੈ, ਕਰਤਾ ਪੁਰਖ, ਨਿਰਭਉ ਜਾਣ ਵਾਲੇ, ਰੀਸਾਈਕਲਿੰਗ ਵਾਲੇ ਕਾ। ਜੋ ਅਕਾਲ ਪੁਰਖ ਦੀ ਮੂਰਤੀ ਹੈ, ਅਜੂਨੀ, ਆਪਣੇ ਆਪ ਤੋਂ ਬਣਿਆ ਹੋਇਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਪਣੇ ਆਪ ਤੋਂ ਬਣਿਆ ਹੋਇਆ, ਉਹਦਾ ਕੋਈ ਮਾਂ ਪਿਓ ਨਹੀਂ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ, ਆਪਣੀ ਮੌਜ ਵਿੱਚ ਆਇਆ, ਆਪਣੇ ਆਪ ਨੂੰ ਪ੍ਰਕਾਸ਼ ਕਰ ਲਿਆ। ਸੁਤੇ ਪ੍ਰਕਾਸ਼ ਅਜੂਨੀ ਸਹਿਭੰਗ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਉਹਨੂੰ ਮਿਲਿਆ ਜਾ ਸਕਦਾ ਹੈ। ਜਪ, ਤੁਸੀਂ ਭਾਈ ਉਹਨੂੰ ਜਪੋ। ਕਿਹਨੂੰ? ਜੋ ਆਦ ਸੱਚ, ਜੁਗਾਂ ਦੀ ਆਰੰਭਤਾ ਤੋਂ ਪਹਿਲਾਂ, ਆਦ ਸੱਚ, ਜੁਗਾਂ ਤੋਂ ਪਹਿਲਾਂ ਵੀ ਸੱਚ ਸੀ। ਜੁਗਾਦ ਸੱਚ, ਜੁਗ ਪਲਸ ਆਦ, ਜਦੋਂ ਜੁਗਾਂ ਦੀ ਆਰੰਭਤਾ ਹੋਈ, ਸਤਜੁਗ ਆਇਆ, ਤ੍ਰੇਤਾ ਆਇਆ, ਦੁਆਪਰ ਆਇਆ, ਕਲਯੁਗ ਆਇਆ, ਫਿਰ ਸਤਜੁਗ ਆਇਆ, ਤ੍ਰੇਤਾ ਆਇਆ। ਇਹ ਕਈ ਵਾਰੀ ਆਇਆ, ਇੱਕ ਵਾਰੀ ਨਹੀਂ ਆਇਆ, ਕਈ ਵਾਰੀ ਆ ਕੇ ਚਲਿਆ ਗਿਆ। ਬਹੁਤ ਵੱਡੀਆਂ ਵੱਡੀਆਂ ਪਰਲੋਆਂ ਹੋਈਆਂ, ਸਭ ਖਤਮ ਹੋ ਗਿਆ, ਪਾਣੀ ਨੇ ਖਤਮ ਕਰ ਦਿੱਤਾ। ਫਿਰ ਦੁਬਾਰਾ ਫਿਰ ਕ੍ਰੀਏਸ਼ਨ ਹੋਈ। ਅਰਬਦ ਨਰਬਦ ਧੁੰਦੂਕਾਰਾ, ਧਾਰਨ ਨਾ ਗਗਨਾ ਆਕਾਸ਼ ਅਪਾਰਾ, ਇਹ ਸਭ ਵਸਤੂਆਂ ਦੁਬਾਰਾ ਬਣਦੀਆਂ ਗਈਆਂ, ਡਿਸਟਰੋਏ ਹੁੰਦੀਆਂ ਗਈਆਂ। ਇਵੇਂ ਕਿਵੇਂ ਜੁਗਾਦ ਸੱਚ, ਜੁਗਾਂ ਦੀ ਆਰੰਭਤਾ ਤੋਂ ਵੀ ਸੱਚ ਹੈ, ਪੀ ਸੱਚ, ਇਸ ਟਾਈਮ ਪ੍ਰੈਜ਼ੈਂਟ, ਇਸ ਵੇਲੇ ਵੀ ਸੱਚ ਹੈ। ਨਾਨਕ ਹੋਸੀ ਭੀ ਸੱਚ। ਨਾਨਕ ਦੇ ਮਹਾਰਾਜ ਸਾਨੂੰ ਕਹਿ ਰਹੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਕੀ ਹੋਵੇਗਾ। ਅਸੀਂ ਝੂਠੇ ਵੀ ਹਾਂ, ਕਿਉਂਕਿ ਅਸੀਂ ਖਤਮ ਹੋ ਜਾਣਾ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਸਾਧ ਸੰਗਤ ਜੀ ਅੰਤ ਨੂੰ ਕਹਿਤਾ, ਕੂੜ ਕੂੜੇ ਨੇਹੋਂ ਲੱਗਾ, ਵਿਸਰਿਆ ਕਰਤਾਰ। ਜਾਨੀ ਅਸੀਂ ਖਤਮ ਹੋ ਜਾਣ ਵਾਲੇ ਹਾਂ, ਕੁਝ ਸਮੇਂ ਵਾਸਤੇ ਸੰਸਾਰ ਤੇ ਆਏ ਹੋਏ ਹਾਂ, ਪਰ ਜੋ ਆਲਮਾਈਟੀ ਗॉड ਹੈ ਉਸਨੇ ਕਦੇ ਡਿਸਟਰੋਏ ਨਹੀਂ ਹੋਣਾ, ਬਰਨ ਨਹੀਂ ਹੋਣਾ, ਸਦੀਵ ਕਾਲ ਇੱਥੇ ਰਹੇਗਾ, ਕਿਉਂਕਿ ਉਹ ਯੂਨੀਵਰਸਲ ਹੈ, ਉਹ ਆਲਵੇਜ਼ ਗॉड ਹੈ, ਉਹ ਇੱਥੇ ਰਹਿਣਗੇ। ਇਸ ਕਰਕੇ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਇੱਕ ਇੱਕ ਵਚਨ ਹਿਰਦੇ 'ਚ ਉਤਾਰਨ ਦੀ ਕੋਸ਼ਿਸ਼ ਕਰੋ। ਮਹਾਰਾਜ ਕਹਿੰਦੇ ਸੁਣਦੇ ਬਹੁਤ ਨੇ, ਅਸਰ ਨਹੀਂ ਕਰਦੇ। ਜਦੋਂ ਅਸਰ ਕਰਨ ਲੱਗ ਗਏ, ਉਦੋਂ